ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿੱਧੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਜੀ ਦੇ ਨਾਲ ਤੇ ਮੈਂ ਤੁਹਾਡਾ ਨਾਮ ਰਮਨ ਬਾਜਵਾ। ਦਰਸ਼ਕੋ, ਅੱਜ ਅਸੀਂ ਕਈ ਮਸਲਿਆਂ ਤੇ ਪ੍ਰੋਫੈਸਰ ਸਾਹਿਬ ਨਾਲ ਗੱਲਬਾਤ ਕਰਾਂਗੇ ਤੇ ਗੱਲਬਾਤ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਸਵਾਗਤ ਹੈ। बहुत बहुत धन्यवाद रोमन जी। ਪ੍ਰੋਫੈਸਰ ਸਾਹਿਬ, ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਲੰਚ ਮਿਲਣੀ ਹੋਈ ਹੈ ਤੇ ਇਸ ਬੈਠਕ ਵਿੱਚ ਕਈ ਮਸਲਿਆਂ ਤੇ ਵਿਚਾਰ ਚਰਚਾ ਹੋਈ ਹੈ, ਜਿਸ ਤੋਂ ਬਾਅਦ ਰਾਜਨੀਤਿਕ ਗਲਿਆਰਿਆਂ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ ਤੇ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿੱਚ ਕੋਈ ਵੱਡਾ ਅਹੁਦਾ ਦਿੱਤਾ ਜਾ ਸਕਦਾ ਹੈ। ਕੀ ਕਹੋਗੇ ਤੁਸੀਂ? 6 ਮਹੀਨੇ ਬਾਅਦ ਇਹ ਚਰਚਾ ਚੱਲ ਪੈਂਦੀ ਆ ਗਿਆ ਸਿੱਧੂ, ਚਲਾ ਗਿਆ ਸਿੱਧੂ, ਆ ਗਿਆ ਸਿੱਧੂ। ਤੇ ਉਹ ਮਤਲਬ ਅਸਲ 'ਚ ਮਾਨੇ ਇਹ ਹੈ ਕਿ ਤੁਹਾਨੂੰ ਪਤਾ ਹੀ ਆ ਕਿ ਕੈਪਟਨ ਤੇ ਕੈਪਟਨ ਸਾਹਿਬ ਹੀ ਆ, ਉਹ ਇਕੱਲੇ ਕੈਪਟਨ ਨਹੀਂ ਆ, ਉਹ ਮਹਾਰਾਜ ਵੀ ਹੈਗੇ ਆ, ਉਹ ਚੀਫ ਮਿਨਿਸਟਰ ਵੀ ਹੈਗੇ ਆ। ਤੇ ਇਸ ਕਿਸਮ ਦਾ ਜਿਹੜਾ ਉਹਨਾਂ ਦਾ ਔਰਾ ਤੇ ਉਹ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਕਿਵੇਂ ਰਹਿਣ। ਸਿੱਧੂ ਆਪਣੇ ਆਪ 'ਚ ਉਹਨਾਂ ਨਾਲ ਵੀ ਦੋ ਤਿੰਨ ਚੀਜ਼ਾਂ ਜੁੜੀਆਂ, ਜਿਵੇਂ ਕੈਪਟਨ ਨਾਲ ਤਿੰਨ ਚੀਜ਼ਾਂ ਜੁੜੀਆਂ ਆ ਰੋਮਨ, ਉਹ ਸਿੱਧੂ ਨਾਲ ਤਿੰਨ ਜੁੜੀਆਂ। ਉਹ ਕ੍ਰਿਕਟੀਅਰ ਦੇ ਮਤਲਬ ਹੈਗੇ ਆ, ਹੈ ਨਾ, ਉਹ ਵੀ ਕੈਪਟਨ ਵਾਂਗੂ ਉੱਥੇ ਬਿਹੇਵ ਕਰਦੇ, ਕ੍ਰਿਕਟ ਦੇ ਸਟਾਰ ਰਹੇ ਆ ਤੇ ਛੋਟੀ ਗੱਲ ਤੇ ਹੈ ਨਹੀਂ। ਫਿਰ ਉਹ ਟੀਵੀ ਸਟਾਰ ਹੈਗੇ ਆ, ਉਹ ਜਿਹੜਾ ਪਤਾ ਨਹੀਂ ਇੱਕ ਹਾਸੇ ਮਜ਼ਾਕ ਵਾਲਾ ਇੱਕ ਚੈਨਲ ਕਾਫੀ ਹੁੰਦਾ, ਉਹਦੇ ਤੇ ਹੁੰਦੇ ਮੈਂ ਕਈ ਵਾਰੀ ਦੇਖਿਆ। ਫਿਰ ਤੀਸਰਾ ਕਰੇਲਾ ਨਿੰਮ ਤੇ ਚੜਿਆ ਵਾ ਪੋਲੀਟੀਸ਼ੀਅਨ ਹੈਗੇ। ਤੇ ਇਸ ਕਰਕੇ ਇਹ ਸਾਰਾ ਦੋਵੇਂ ਪਾਸੇ ਟੱਕਰ ਭਾਰੀ ਬਣ ਜਾਂਦੀ ਆ, ਉਸੇ ਕਰਕੇ ਐਡਜਸਟ ਨਹੀਂ ਹੋ ਪਾਉਂਦੇ ਤੇ ਲਗਾਤਾਰ ਕਦੀ ਆ ਜਾਓ ਕਦੀ ਚਲੇ ਜਾਓ, ਫਿਰ ਅੰਮ੍ਰਿਤਸਰ ਚਲੇ ਜਾਂਦੇ ਆ, ਚੈਨਲ ਖੋਲ ਲਿਆ, ਫਿਰ ਹੋਰ ਕਈ ਕੁਝ ਕੀਤਾ ਕਰਾਇਆ। ਲੱਗਦਾ ਇਹ ਹੈ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਵਾਇਆ ਮੀਡੀਆ ਨਿਕਲਣ ਵਾਲਾ ਹੁਣ ਦੇ ਗੇੜ 'ਚ ਲੱਗਦਾ। ਉਹਦਾ ਕਾਰਨ ਇਹ ਨਹੀਂ ਹੈ ਕਿ ਕੈਪਟਨ ਸਾਹਿਬ ਤੇ ਇਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਜਾਗ ਗਿਆ, ਜਿਹੜਾ ਕਿ ਪਹਿਲਾਂ ਭੁਲੇਖੇ 'ਚ ਸੀ ਤੇ ਹੁਣ ਇੱਕਦਮ ਉਹਨਾਂ ਦਾ ਇੱਕ ਦੂਜੇ ਨਾਲ ਗਲਵੱਕੜੀਆਂ ਪੈ ਗਈਆਂ। ਇਸ ਤਰ੍ਹਾਂ ਨਹੀਂ ਹੈਗਾ। ਪਹਿਲਾਂ ਵੀ ਜਿੰਨੀ ਵਾਰੀ ਇਹ ਲਾਲਾ ਲਾਲਾ ਹੋਈ ਆ, ਉਹਦਾ ਕਾਰਨ ਕੁਛ ਪਾਰਟੀ ਦੇ, ਕਾਂਗਰਸ ਪਾਰਟੀ ਦੇ ਆਪਣੇ ਸੀਗੇ। ਫਾਰ ਇੰਸਟੈਂਸ, ਜਦੋਂ ਰਾਹੁਲ ਇੱਥੇ 3 ਦਿਨ ਦੀ ਟਰੈਕਟਰ ਮਾਰਚ ਕਰਨਾ ਚਾਹੁੰਦੇ ਸੀ ਤੇ ਜੇ ਕੈਪਟਨ ਦੇ ਨਾਲ ਸਿੱਧੂ ਹੁਣੀ ਨਾ ਆਉਂਦੇ ਉੱਥੇ, ਤੇ ਕੁਦਰਤੀ ਹੈ ਕਿ ਹਰੀਸ਼ ਰਾਵਤ ਦੀ ਵੀ ਪੁੱਛਗਿੱਛ ਹੋ ਜਾਣੀ ਸੀ, ਜਿਹੜੇ ਇੱਥੋਂ ਦੇ ਕਾਂਗਰਸ ਦੇ ਪੰਜਾਬ ਅਫੇਅਰ ਦੇ ਸੈਂਟਰ ਵੱਲੋਂ ਇੰਚਾਰਜ ਲਾਏ ਹੋਏ ਆ, ਉਹਨਾਂ ਦੀ ਵੀ ਪੁੱਛਗਿੱਛ ਹੋਣੀ ਸੀ। ਨਾਲ ਹੀ ਉਨੀ ਕਵਰੇਜ ਰਾਹੁਲ ਗਾਂਧੀ ਦੀ ਨਹੀਂ ਸੀ ਹੋਣੀ ਜਿੰਨੀ ਇਹਦੀ ਨਵਜੋਤ ਸਿੰਘ ਸਿੱਧੂ ਦੀ ਹੋ ਜਾਣੀ ਸੀ, ਕਿਉਂਕਿ ਸਾਰਾ ਮੀਡੀਆ ਉੱਧਰ ਨੂੰ ਚਲਿਆ। ਤੁਸੀਂ ਕਿਉਂ ਨਹੀਂ ਕਰੇ ਜੀ? ਕੀ ਗੱਲ ਹੈ ਜੀ? ਤੁਸੀਂ ਰੁੱਸੇ ਹੋਏ ਆ ਜੀ? ਤੁਹਾਨੂੰ ਕੀ ਚਾਹੀਦਾ? ਇਹ ਕੈਪਟਨ ਕਿਉਂ ਨਹੀਂ ਤੁਹਾਡੀ ਗੱਲ ਸੁਣਦੇ? ਇਹ ਰੌਲਾ ਉਹਨਾਂ ਨੇ ਪਤਿਆ ਕੇ ਉਦੋਂ ਤੁਹਾਨੂੰ ਪਤਾ ਟਰੈਕਟਰ ਤੇ ਚੜਾਤਾ ਸੀਗਾ। ਤੇ ਹੁਣ ਫਿਰ ਇਸੇ ਗੱਲ ਦਾ ਹੀ ਰੌਲਾ। ਰਾਵਤ ਹੁਣੀ ਮਿਲੇ ਆ ਉਹਨਾਂ ਨੂੰ, ਉਹ ਦਿੱਲੀ 'ਚ ਵੀ ਟੱਚ ਰਹਿੰਦੇ ਆ ਕਿ ਦੇਖੋ 5 ਸੂਬਿਆਂ 'ਚ ਜਿਹੜੀਆਂ ਇਲੈਕਸ਼ਨਾਂ ਆਈਆਂ, ਸਟਾਰ ਸਾਡੇ ਕੰਪੇਨਰ ਆ, ਲੋਕ ਇਹਨਾਂ ਨੂੰ ਸੁਣਦੇ ਆ ਬੜੇ ਵਧੀਆ ਢੰਗ ਨਾਲ, ਡਰਾਮੈਟਿਕ ਢੰਗ ਨਾਲ, ਸਟਾਈਲ ਦੇ ਨਾਲ, ਜਿਹੜਾ ਆਮ ਲੋਕਾਂ ਨੂੰ ਬੜਾ ਪਸੰਦ ਆਉਂਦਾ, ਵੋਟਰਾਂ ਨੂੰ ਬੜਾ ਪਸੰਦ ਆਉਂਦਾ। ਤੇ ਉਹ ਉਹਨਾਂ ਦੀ ਸਖਤ ਲੋੜ ਆ। ਪੱਛਮੀ ਬੰਗਾਲ 'ਚ ਲੋੜ ਆ, ਅਸਾਮ 'ਚ, ਤਾਮਿਲਨਾਡੂ, ਕੇਰਲਾ, ਪੁਡੂਚੇਰੀ, ਇਹ ਸਾਰੇ ਉਹ ਹਾਰ ਸ਼ਿੰਗਾਰ ਕੇ ਇਸ ਪ੍ਰਚਾਰਕ ਨੂੰ, ਜਿਹਨੂੰ ਸਟਾਰ ਕੈਂਪੇਨਰ ਕਹਿੰਦੇ ਆ, ਉਹ ਤੇ ਹੈਗੇ ਹੀ ਆ। ਇਸ ਲਈ ਉਹਨਾਂ ਨੇ ਇੱਕ ਮੀਟਿੰਗ ਕਰਵਾਈ ਆ। ਹੁਣ ਇਹ ਦਿਲਾਂ 'ਚ ਕੀ ਘੁੰਮਦੀ ਹੈ ਤੇ ਰੱਬ ਜਾਣੇ। ਉੱਪਰੋਂ ਤੇ ਜੱਫੀਆਂ ਪਾਉਂਦਿਆਂ ਦੀਆਂ ਫੋਟੋਆਂ ਆ ਗਈਆਂ ਤੇ ਉੱਥੇ ਸਪੋਰਟਸ ਮਿਨਿਸਟਰ ਵੀ ਮੀਟਿੰਗ ਦੇ ਵਿੱਚ ਨਾਲ ਸੀਗੇ। ਥੋੜਾ ਜਿਹਾ ਹੋ ਸਕਦਾ ਗਵਾਹੀ ਦੇ ਤੌਰ ਤੇ ਵੀ ਕੀ ਗੱਲ ਹੋਈ ਕੀ ਨਹੀਂ ਹੋਈ। ਇਹ ਗੱਲਾਂ ਬਾਹਰ ਆ ਰਹੀਆਂ ਕਿ ਉਹਨਾਂ ਨੂੰ ਮਿਨਿਸਟਰੀ ਦੀਆਂ ਆਫਰੀਆਂ ਕੀਤੀਆਂ ਜਾ ਰਹੀਆਂ ਆ। ਪਹਿਲਾਂ ਵੀ ਉਹ ਨੰਬਰ 3 ਸੀ, ਘੱਟੋ ਘੱਟ ਚਲੋ ਨੰਬਰ 3 ਤੇ ਰਾਖੀ ਰਹਿਣਗੇ ਜੇ ਨੰਬਰ 2 ਤੇ ਨਹੀਂ। ਪਰ ਮੈਨੂੰ ਪਰਸਨਲ ਜੇ ਪੁੱਛੋ ਤੇ ਸਿੱਧੂ ਸਾਹਿਬ ਨੂੰ ਮਿਨਿਸਟਰੀ 'ਚੋਂ ਨਹੀਂ ਸੀ ਜਾਣਾ ਚਾਹੀਦਾ। ਜੇ ਬਿਜਲੀ ਮੰਤਰਾਲਿਆ ਮਿਲਿਆ ਹੋਇਆ ਸੀ ਤੇ ਉਹੀ ਲੈ ਲੈਂਦੇ ਆ। ਜਿਹੜੇ ਜਿੰਨੇ ਗਲਤ ਕਾਂਟਰੈਕਟ ਬਿਜਲੀ ਦੇ ਹੋਏ ਆ, ਉਹ ਉਹਨਾਂ ਨੂੰ ਉਲਟਾ ਸਿੱਧਾ ਜਾਣੀ ਨੱਲੀਫਾਈ ਕਰਾਉਂਦੇ, ਉੱਥੇ ਜ਼ੋਰ ਪਾਉਂਦੇ। ਤੇ ਜਦ ਤੱਕ ਤੁਸੀਂ ਗਰਾਊਂਡ ਦੇ ਵਿੱਚ ਨਹੀਂ ਤੇ ਖੇਲ ਕੀ ਖੇਲੋਗੇ? ਬਾਹਰ ਬੈਠੇ ਤੇ ਫਿਰ ਤੁਸੀਂ ਘਰੇ ਬੈਠੇ ਆ। ਤੇ ਇਸ ਕਰਕੇ ਹੁਣ ਵੀ ਅੱਗੇ ਵੀ ਸਿੱਧੂ ਸਾਹਿਬ ਲਈ ਮੈਸੇਜ ਇਹੀ ਹੈ ਕਿ ਖੇਲ ਦੇ ਵਿੱਚ ਰਹਿਣਾ ਜ਼ਰੂਰੀ ਹੈ। ਤਾਂ ਹੀ ਤੁਹਾਡੀ ਸੁਣੀ ਜਾਊਗੀ, ਤਾਂ ਹੀ ਤੁਹਾਡੀ ਮੀਡੀਆ ਵੀ ਸੁਣੂਗਾ, ਲੋਕ ਵੀ ਕਰਨਗੇ। ਜੇ ਘਰੇ ਬਹਿ ਜਾਓਗੇ ਤੇ ਫਿਰ ਮੈਨੂੰ ਲੱਗਦਾ ਕਿ ਉਹਨਾਂ ਚਿਰ ਤੁਹਾਡਾ ਉਹ ਗੈਪ ਪੀਰੀਅਡ ਹੀ ਮੰਨਿਆ ਜਾਂਦਾ ਪੋਲਿਟਿਕਸ ਵਿੱਚ ਵੀ, ਕਿਤੇ ਵੀ। ਤਾਂ ਇਸ ਵੇਲੇ ਉਮੀਦ ਅਸੀਂ ਇਹੋ ਹੀ ਕਰਦੇ ਹਾਂ ਕਿ ਸ਼ਾਇਦ ਕੁਛ ਨਾ ਕੁਛ ਦੁਬਾਰਾ ਐਡਜਸਟਮੈਂਟ ਹੋ ਜੇ। ਇਟਸ ਹਾਈ ਟਾਈਮ। 22 'ਚ ਚੋਣਾਂ ਪੰਜਾਬ ਦੀਆਂ ਵੀ ਆ ਗਈਆਂ, ਫਿਰ ਨੇੜੇ ਜ਼ਿਆਦਾ ਜਾ ਕੇ ਕਰੋਗੇ ਤਾਂ ਉਹ ਹੋਰ ਮੁਸ਼ਕਿਲਾਤਾਂ ਦਾ ਪਰ ਆਊ। ਇੱਥੇ ਹੀ ਨਹੀਂ ਹੈ ਜਿਹੜੀ ਉਹ ਜੱਟ ਕਿਸਾਨ ਮਹਾਂਸਭਾ, ਪਤਾ ਨਹੀਂ ਕਿਉਂ ਇਹ ਜਾਤਾਂ ਦੇ ਨਾਂ ਤੇ ਹੈ, ਤੇ ਸਿੱਖ ਹੀ ਆ, ਦੋਵੇਂ ਸਿੱਖ ਹੀ ਆ। ਮਤਲਬ ਇਹਨਾਂ ਦੀ ਬੀਵੀ ਜਿਹੜੀ ਨਵਜੋਤ ਕੌਰ ਸਿੱਧੂ, ਉਹ ਵੀ ਸਿੱਖ ਹੈਗੀ ਆ। ਕੈਪਟਨ ਅਮਰਿੰਦਰ ਸਿੰਘ ਜਿਹੜੇ ਪ੍ਰਧਾਨ ਹੈ
ਜੱਟ ਮਹਾਸਭਾ ਦੇ, ਇਹ ਕੰਮ ਇਹਨਾਂ ਨੂੰ ਬੰਦ ਕਰਨੇ ਚਾਹੀਦੇ ਆ। ਜੱਟਾਂ ਦਾ ਕੀ ਆ, ਸਿੱਖੀ ਵਾਲੀ ਸਟੇਟ 'ਚ ਤੇ ਜਾਤਾਂ ਦਾ ਨਾਮ ਹੀ ਨਹੀਂ ਆਉਣਾ ਚਾਹੀਦਾ। ਤੇ ਪਰ ਹੋਇਆ ਇਹ ਆ ਕਿ ਉਹ ਆਪ ਆਦਮੀਆਂ ਦੇ ਪ੍ਰਧਾਨ ਆ, ਤੇ ਜਿਹੜੀ ਔਰਤਾਂ ਦਾ ਵਿੰਗ ਆ ਜੱਟ ਮਹਾਸਭਾ ਦਾ, ਉਹਦੇ ਵਿੱਚ ਨਵਜੋਤ ਕੌਰ ਸਿੱਧੂ ਨੂੰ ਉਹਨਾਂ ਨੇ ਪ੍ਰਧਾਨ ਥਾਪਿਆ। ਇਹਦਾ ਮਤਲਬ ਹਿਲਜੁਲ ਹੋਈ ਆ, ਤੇ ਜਿਉਂ ਹੀ ਹਿਲਜੁਲ ਕੈਪਟਨ ਤੇ ਸਿੱਧੂ ਦੇ ਵਿਚਾਲੇ ਹੋਈ ਆ, ਮੀਡੀਆ 'ਚ ਵੀ ਹਿਲਜੁਲ ਕਾਫੀ ਹੋਈ ਆ। ਖੂਬ ਜਿਸ ਤਰ੍ਹਾਂ ਕਬੂਤਰ ਉਡਾਉਂਦੇ ਹੁੰਦੇ ਆ, ਇਸ ਤਰ੍ਹਾਂ ਹੁਣ ਕਿਆਸ ਰਹੀਆਂ, ਉਹ ਪਤੰਗ ਉੱਡ ਗਈ, ਉਹਨੇ ਤਾਂ ਕਰਤਾ, ਉਹਨੇ ਪੇਚਾ ਲਾਤਾ। ਅਹੁਦਾ ਕਿਹੜਾ ਦੇਣਾ ਹੈ ਤੇ ਕਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਜਾਣੀ ਹੈ? ਦੇਖੋ ਇਸ ਕਿਸਮ ਦਾ ਰੋਮਨ ਕਈ ਅਜੇ ਤੇ ਉਹਨਾਂ ਨੇ ਗੱਲ ਆਫੀਸ਼ੀਅਲੀ ਕਹੀ ਨਹੀਂ। ਇੱਕ ਤੇ ਅਜੇ ਵੀ ਕਹਿ ਰਿਹਾ ਕਿ ਬਿਜਲੀ ਦਾ ਤੇ ਖੇਤੀ ਦਾ ਦੇ ਦੇਣਗੇ। ਕਈ ਆ ਹੋਰ ਵੀ ਅਖਬਾਰਾਂ 'ਚ ਅਲੱਗ-ਅਲੱਗ ਕਿਆਸ ਰਾਈਆਂ ਆਈਆਂ ਕਿ ਟੂਰਿਜ਼ਮ ਦਾ ਦੇ ਦੇਣਗੇ, ਹੋਰ ਇਹੋ ਜਿਹੇ ਇੱਕ ਦੋ ਮਹਿਕਮਿਆਂ ਦਾ ਨਾਂ ਆ ਰਿਹਾ, ਸ਼ਹਿਰੀ ਵਿਕਾਸ ਦਾ ਦੇ ਦੇਣਗੇ। ਦੇਖਦੇ ਆ ਕਿੱਦਾਂ ਹੁੰਦਾ ਆ। ਮਹਿਕਮਾ ਤੇ ਮਹਿਕਮਾ ਹੀ ਹੁੰਦਾ ਆ, ਮਹਿਕਮਾ ਤੇ ਇੱਕ ਵੀ ਸੂਤਰ ਆ ਜੇ ਜਿੰਨਾ ਢਾਂਚਾ ਵਿਗੜਿਆ ਤੇ ਬਹੁਤ ਆ। ਪਰ ਸਾਡਾ ਇਹ ਸੋਚਣਾ ਆ ਕਿ ਉਹਨਾਂ ਨੂੰ ਖੇਲ ਦੇ ਅੰਦਰ ਆਉਣਾ ਚਾਹੀਦਾ। ਘਰੇ ਬਹਿਣ ਦਾ ਕੋਈ ਫਾਇਦਾ ਨਹੀਂ, ਘਰੇ ਬਹਿ ਕੇ ਕੀ ਕਰਨਾ, ਉਹਨਾਂ ਕਿਹੜਾ ਕੋਈ ਨਾਵਲ ਲਿਖਣਾ। ਹਾਂਜੀ ਜੀ ਪ੍ਰੋਫੈਸਰ ਸਾਹਿਬ, ਸਾਡੀ ਅਗਲੀ ਖਬਰ ਹੈ ਕਿ ਹੁਣ ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਉਹਨਾਂ ਦੇ ਹੱਕ ਵਿੱਚ ਨਿਤਰੇ ਨੇ। ਉਹਨਾਂ ਕਿਹਾ ਕਿ ਜੇਕਰ ਰਾਜਪਾਲ ਨਾ ਵੀ ਰਹੇ ਫਿਰ ਵੀ ਉਹ ਕਿਸਾਨਾਂ ਦੇ ਹੱਕ ਵਿੱਚ ਨਿਤਰਦੇ ਰਹਿਣਗੇ। ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਨਾਲ ਯੂਪੀ, ਹਰਿਆਣਾ ਤੇ ਰਾਜਸਥਾਨ ਵਿੱਚ ਭਾਜਪਾ ਨੂੰ ਵੱਡਾ ਖੋਰਾ ਲੱਗੇਗਾ। ਦੇਖੋ ਖੋਰਾ ਲੱਗੇਗਾ ਜੀ, ਖੋਰਾ ਤੇ ਲੱਗ ਗਿਆ। ਪੱਛਮੀ ਯੂਪੀ ਦੇ ਵਿੱਚ ਜਦੋਂ ਬੀਜੇਪੀ ਦੇ ਲੀਡਰਾਂ ਨੂੰ ਪਿੰਡੋ ਪਿੰਡੀ ਵੜਨ ਨਹੀਂ ਦਿੱਤਾ ਜਾਂਦਾ ਤੇ ਹੋਰ ਖੋਰੇ ਦਾ ਕਿਸੇ ਨੇ ਕੋਈ ਸਰਟੀਫਿਕੇਟ ਦੇਣਾ, ਖੋਰਾ ਤੇ ਲੱਗ ਗਿਆ। ਹਰਿਆਣੇ ਦੇ ਵਿੱਚ ਜੇ ਚੀਫ ਮਿਨਿਸਟਰ ਖੱਟਰ ਦੀ ਰੈਲੀ ਨਹੀਂ ਹੋਣ ਦਿੱਤੀ ਜਾਂਦੀ ਤੇ ਸਟੇਜ ਚੁੱਕ ਕੇ ਲੋਕ ਕਿਸਾਨ ਆਪਣੇ ਘਰਾਂ 'ਚ ਇੱਧਰ ਉੱਧਰ ਕਰ ਦਿੰਦੇ ਆ, ਜਾਣੀ ਉਹਨੂੰ ਖਡੇੜ ਦਿੰਦੇ ਆ। ਜਾਣੀ ਕੋਈ ਬਹੁਤ ਚੰਗੀ ਗੱਲ ਤੇ ਨਹੀਂ, ਕੋਈ ਜ਼ਿਆਦਾ ਇਸ ਕਿਸਮ ਦੀ ਭੰਨ ਤੋੜ ਕਰਨੀ, ਪਰ ਜੋ ਇਸ ਕਿਸਮ ਦਾ ਆਕਰੋਸ਼ ਹੈਗਾ ਉਹਨਾਂ ਨੇ ਸਟੇਜ ਨੂੰ ਵੀ ਉੱਥੇ ਬਹੁਤਾ ਉਹਦੀ ਬਦਸੂਰਤੀ ਜੀ ਕਰਤੀ ਸੀ, ਮੰਦਹਾਲੀ ਕਰਤੀ। ਤੁਸੀਂ ਦੇਖਿਆ ਹੀ ਇਸ ਫੋਟੋਆਂ ਦੇ ਵਿੱਚ। ਜੇ ਉਹ ਆ ਕੇ ਆਪਣੀ ਰੈਲੀ ਨਹੀਂ ਕਰ ਸਕਦੇ ਆਪਣੇ ਹੀ ਹਲਕੇ ਦੇ ਵਿੱਚ, ਦੂਸਰੇ ਹਲਕੇ 'ਚ ਨਹੀਂ, ਆਪਣੇ ਹੀ ਹਲਕੇ 'ਚ ਨਹੀਂ ਕਰ ਸਕਦੇ, ਤੇ ਫਿਰ ਖੋਰਾ ਹੋਰ ਕਿਵੇਂ ਲੱਗਣਾ? ਖੁਰ ਗਈ ਆ, ਬਿਲਕੁਲ ਖੁਰ ਗਈ ਆ। ਉਹ ਤੇ ਹੁਣ ਅਹੁਦਿਆਂ ਨੂੰ ਚੰਬੜੇ ਹੋਏ ਆ ਬੇਸ਼ਰਮੀ ਦੇ ਨਾਲ। ਉਹ ਜਿਹੜਾ ਜਨਮਤ ਵਿਸ਼ਵਾਸ ਬਿਲਕੁਲ ਪੂਰੀ ਤਰ੍ਹਾਂ ਮੁਕੰਮਲ ਤੌਰ ਤੇ ਗਵਾ ਚੁੱਕਿਆ। ਹੁਣ ਤੇ ਉਹ ਆਪਣਾ ਟਾਈਮ ਪੂਰਾ ਕਰਨਗੇ। ਇਹ ਜੇਜੇਪੀ ਨੂੰ ਵੀ ਪਤਾ, ਬੀਜੇਪੀ ਨੂੰ ਵੀ ਪਤਾ, ਪਰ ਬੇਸ਼ਰਮੀ ਦੀ ਹੱਦ ਆ। ਜੇ ਅੱਜ ਕਿਤੇ ਉੱਥੇ ਰੈਫਰੈਂਡਮ ਹਰਿਆਣੇ 'ਚ ਹੋ ਜੇ ਤੇ ਮੈਨੂੰ ਨਹੀਂ ਲੱਗਦਾ ਇਹਨਾਂ ਦੋਵਾਂ ਨੂੰ ਮਿਲ ਕੇ ਵੀ 5-7% ਵੋਟਾਂ ਮਿਲਣ। ਇਹ ਹਾਲਤ ਇਸ ਵੇਲੇ ਬਣੀ ਆ। ਰਾਜਸਥਾਨ 'ਚ ਵੀ ਇਸੇ ਤਰੀਕੇ ਨਾਲ ਕਿਸਾਨੀ ਨੂੰ ਜਿੱਥੇ ਜਿੱਥੇ ਸਮਝ ਪੈ ਗਈ ਕਿ ਇੱਥੇ ਇੱਕ ਨਵੀਂ ਸਾਜ਼ਿਸ਼ ਕਿਸਾਨਾਂ ਦੇ ਵਿਰੁੱਧ ਘੜੀ ਜਾ ਰਹੀ ਆ ਕਿ ਜਿਹੜਾ ਅਨਾਜ ਉਹ ਪੈਦਾ ਕਰ ਰਹੇ ਆ ਕਿ ਉੱਥੇ ਉਸੇ ਅਨਾਜ ਨੂੰ ਉਹ ਸਟੋਰ ਕਰਕੇ ਲੋਕਾਂ ਨੂੰ ਭੁੱਖਮਰੀ ਦੇ ਮੂੰਹ 'ਚ ਝੋਕ ਕੇ ਮਹਿੰਗੇ ਭਾਅ ਵੇਚ ਕੇ ਵਿਦੇਸ਼ਾਂ 'ਚ ਐਕਸਪੋਰਟ ਕਰਕੇ ਜੇ ਉੱਥੇ ਜ਼ਿਆਦਾ ਪੈਸਾ ਮਿਲਦੇ ਆਪਣੇ ਦੇਸ਼ ਦੇ ਲੋਕ ਭਾਵੇਂ ਭੁੱਖੇ ਮਰ ਜਾਣ। ਇਹ ਜਿਹੜੀ ਸਾਰੀ ਕਾਰਗੁਜ਼ਾਰੀ ਜਾਂ ਇਹ ਜਿਹੜੀ ਪਲਾਨ ਪਿੱਛੇ ਤੈਅ ਕਰਤੀ ਗਈ ਆ ਅਡਾਨੀਆਂ ਬਾਨੀਆਂ ਵੱਲੋਂ, ਖਾਸ ਕਰ ਅਡਾਨੀਆਂ ਵੱਲੋਂ ਖੇਤੀ ਦਾ ਸੈਕਟਰ ਉਹਨੂੰ ਸੌਂਪਤਾ। ਜਾਣੀ ਦੋ ਬੰਦਿਆਂ ਨੂੰ ਮਹਾਰਾਜੇ ਥਾਪਿਆ ਜਾ ਰਿਹਾ ਕਾਰਪੋਰੇਟਾਂ ਦੇ ਨਾਂ ਤੇ। ਦੇਸ਼ ਦੇ ਦੋ ਬੰਦਿਆਂ ਨੂੰ ਮਹਾਰਾਜੇ ਥਾਪਿਆ ਜਾ ਰਿਹਾ। ਅੱਧਾ ਦੇਸ਼ ਦੇ ਹਿੱਸੇ ਅੰਬਾਨੀ ਨੂੰ ਦਿੱਤੇ ਜਾ ਰਿਹਾ, ਅੱਧਾ ਅਡਾਨੀ ਨੂੰ ਦਿੱਤੇ ਜਾ ਰਿਹਾ, ਤੇ ਤਾਂ ਕਿ ਇਹ ਦੋਵੇਂ ਮਿਲ ਜੁਲ ਕੇ ਖਾਣ। ਤੇ ਮੋਦੀ ਜੀ ਉਹਨਾਂ ਦੇ ਵਕੀਲ ਹੈਗੇ ਆ ਜਿਹੜੇ ਜਗ੍ਹਾ ਜਗ੍ਹਾ ਪ੍ਰਧਾਨ ਮੰਤਰੀ ਦੇ ਨਾਂ ਤੇ ਉਹਨਾਂ ਦੇ ਹੱਕ ਵਿੱਚ ਆਵਾਜ਼ਾਂ ਉਠਾਉਣਗੇ। ਆਹ ਦੇਸ਼ ਦੀ ਹਾਲਤ ਆ। ਇਹ ਬਰਦਾਸ਼ਤ ਨਹੀਂ ਹੁੰਦੀ। ਜਿਹੜੇ ਕੌਨਸ਼ੀਅੰਸ ਵਾਲੇ ਆ, ਜਿਹੜੇ ਖਾਸ ਆਰਐਸਐਸ ਦੇ ਕਾਡਰ ਚੋਂ ਬੀਜੇਪੀ 'ਚ ਨਹੀਂ ਆਏ, ਜਿਸ ਤਰ੍ਹਾਂ ਹੁਣ ਜਸਵੰਤ ਸਿਨਹਾ ਉਹ ਆਰਐਸਐਸ ਦੇ ਕਾਡਰ ਚੋਂ ਨਹੀਂ ਆਏ, ਉਹਨਾਂ ਨੂੰ ਲੱਗਾ ਕਿ ਇਹ ਹੱਦ ਹੋ ਗਈ ਆ। ਪਾਰਟੀ ਦਾ ਜੈ ਸ਼੍ਰੀ ਰਾਮ ਤੇ ਠੀਕ ਹੈਗਾ ਆ, ਪਰ ਤੁਸੀਂ 24 ਘੰਟੇ ਜਾਤੀਗਤ ਤੇ ਧਰਮਾਂ ਦੇ ਨਾਂ ਤੇ ਨਫ਼ਰਤ ਫੈਲਾ ਕੇ ਲੋਕਾਂ ਦੇ ਵਿੱਚ ਇੱਕ ਰਾਜ ਕਰਨਾ ਚਾਹੋ ਔਰ ਇੱਥੇ ਹਿੰਦੂ ਰਾਸ਼ਟਰ ਲਿਆਉਣਾ ਚਾਹੋ, ਕਨਸਟੀਟਿਊਸ਼ਨ ਨੂੰ ਸਿੱਕੇ ਟੰਗਣਾ ਚਾਹੋ, ਤਾਂ ਇਹ ਸਾਨੂੰ ਮਨਜ਼ੂਰ ਨਹੀਂ। ਉਹ ਜਾ ਕੇ ਤ੍ਰਿਣਮੂਲ ਦੇ ਵਿੱਚ ਜਣੀ ਮਿਨਿਸਟਰ ਰਹਿ ਚੁੱਕੇ ਆ ਵਾਜਪਾਈ ਦੀ ਗੌਰਮੈਂਟ। ਤ੍ਰਿਣਮੂਲ ਦੇ ਵਿੱਚ ਉਹ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਜੁਆਇਨ ਕਰ ਗਏ ਆ। ਇਸੇ ਤਰੀਕੇ ਨਾਲ ਇਹ ਦੇਖੋ ਤੁਸੀਂ, ਮਲਿਕ ਸਾਹਿਬ ਵੀ ਇਸੇ ਤਰੀਕੇ ਨਾਲ, ਸਾਡਾ ਪੰਜਾਬ ਦਾ ਵੀ ਮੁੰਡਾ ਕੰਗ ਜਿਹੜਾ ਮਲਵਿੰਦਰਜੀਤ ਕੰਗ ਸ਼ੁਰੂ ਤੋਂ ਹੀ ਇਹਨਾਂ ਦਾ ਸਪੋਕਸਮੈਨ ਪੰਜਾਬ ਦਾ, ਉਹ ਛੱਡ ਗਿਆ ਸੀ, ਸ਼ੁਰੂ 'ਚ ਹੀ ਛੱਡ ਗਿਆ ਸੀ ਕਿ ਮਾਫ ਕਰੋ ਮੈਂ ਖੇਤੀ ਵਾਲਿਆਂ ਨਾਲ ਖੜਾ ਮਲਿਕ ਦੀ ਤਰਜ਼ ਦੇ ਉੱਤੇ ਕਿ ਤੁਸੀਂ ਮੇਰੇ ਕੋਲ ਹੋਰ ਹੁਣ ਬਰਦਾਸ਼ਤ ਨਹੀਂ ਹੁੰਦਾ। ਜਿਹੜਾ ਚਿਹਰਾ ਬੜਾ ਸੌਬਰ ਤੇ ਫਕੀਰਾਂ ਵਾਲਾ ਮੋਦੀ ਜੀ ਦਾ ਲੱਗਦਾ, ਅਸਲ ਮਾਨਿਆਂ ਦੇ ਵਿੱਚ ਇਹਦੇ ਪਿੱਛੇ ਕੁਝ ਹੋਰ ਹੈਗਾ ਜਿਹੜਾ ਹੁਣ ਸਾਰਿਆਂ ਨੂੰ ਦਿਖਦਾ ਤੇ ਹੈ, ਪਰ ਕਈ ਅਜੇ ਵੀ ਉਸ ਨੂੰ ਦੇਖਣਾ ਨਹੀਂ ਚਾਹੁੰਦੇ। ਤੇ ਮਲਿਕ ਸਾਹਿਬ ਦਾ ਇਹ ਸਾਫ਼ ਕਹਿਣਾ ਹੈ ਬੜੀ ਵੱਡੀ ਗੱਲ ਆ ਕਿ ਉਹ ਇੱਕ ਉਸ ਅਹੁਦੇ ਤੋਂ ਕਿ ਜੇ ਮੈਨੂੰ ਗਵਰਨਰਸ਼ਿਪ ਤੋਂ ਲਾ ਹੀ ਦੇਣਗੇ, ਵੱਧ ਤੋਂ ਵੱਧ ਲਾ ਦੇਣਗੇ, ਤੇ ਮੈਂ ਆਪਣੇ ਯੂਪੀ 'ਚ ਜਾ ਕੇ ਸਗੋਂ ਖੁੱਲ੍ਹ ਕੇ ਮੇਰੀਆਂ ਜਿਹੜੀਆਂ ਹੁਣ ਕੰਸਟੇਂਟ ਐਜ਼ ਗਵਰਨਰ ਬਣੇ ਹੋਏ ਆ ਉਹ ਸਾਰੇ ਹਟ ਜਾਣਗੇ, ਤੇ ਮੈਂ ਜਿਹੜੇ ਹੋਰ ਵੀ ਬਿਆਨ ਵੱਡੇ ਪੱਧਰ ਤੇ ਜਸਵੰਤ ਸਿਨਹਾ ਦੀ ਤਰਜ਼ ਤੇ
ਦੇਣ ਦੇ ਕਾਬਲ ਹੋ ਜਾਊਗਾ। ਉਹਨਾਂ ਨੇ ਇਹ ਗੱਲ ਕਹੀ ਕਿ ਮੈਨੂੰ ਕੋਈ ਪਰਵਾਹ ਨਹੀਂ ਹੈ। ਤੁਸੀਂ ਇਹ ਵੀ ਦੇਖਿਆ ਹੋਣਾ ਕਿ ਨਾਲ ਹੀ ਇੱਕ ਹੋਰ ਬਿਆਨ ਇਸੇ ਹੀ ਪ੍ਰਸੰਗ ਦੇ ਵਿੱਚ ਰਾਕੇਸ਼ ਟਕੈਤ ਆ, ਜਿਹੜੇ ਯੂਪੀ ਦੇ ਸਟਾਰ ਲੀਡਰ ਕਿਸਾਨਾਂ ਦੇ ਹੈਗੇ, ਉਹਨਾਂ ਨੇ ਕਿਹਾ ਕਿ ਜੇ ਅਡਾਨੀ ਜਿਸ ਤਰੀਕੇ ਨਾਲ ਸਾਰਾ ਕੁਝ ਚੱਲ ਰਿਹਾ, ਇਹ ਚਾਹੂੰਗਾ ਕਿ ਮੈਂ ਦੇਸ਼ ਦੇ ਲੋਕਾਂ ਨੂੰ ਭੁੱਖੇ ਮਾਰ ਕੇ ਔਰ ਗੋਡਾਊਨਾਂ 'ਚ ਦਾਣੇ ਰੱਖੂੰਗਾ, ਪਰ ਕਿਉਂਕਿ ਇੰਨੇ ਮਹਿੰਗੇ ਕਰ ਦੂੰਗਾ ਲੋਕ ਖਰੀਦ ਨਹੀਂ ਪਾਉਣਗੇ ਤੇ ਭੁੱਖਮਰੀ ਦੇ ਨਾਲ ਮਰਨਗੇ, ਇਹ ਸਾਨੂੰ ਮਨਜ਼ੂਰ ਨਹੀਂ। ਉਹ ਗੋਡਾਊਨ ਸਾਡੀ ਹੀ ਪੈਦਾ ਕੀਤੇ ਅਨਾਜ ਦੇ ਹੋਣਗੇ, ਅਸੀਂ ਉਹਨਾਂ ਦੇ ਤਾਲੇ ਖੋਲ ਕੇ ਜਨਤਾ ਨੂੰ ਵੰਡਾਂਗੇ। ਇਹ ਮੈਂ ਤੁਹਾਨੂੰ ਦੱਸ ਦਿਆਂ ਇੱਥੇ ਕਿ ਆਜ਼ਾਦੀ ਤੋਂ ਪਹਿਲਾਂ ਵੀ ਇਹੋ ਜਿਹਾ ਜਿਹੜੇ ਸਟਾਕਸ ਹੁੰਦੇ ਸੀ ਅੰਗਰੇਜ਼ ਇਕੱਠੇ ਕਰ ਲੈਂਦੇ ਸੀਗੇ ਤੇ ਲੋਕਾਂ ਨੂੰ ਜਦੋਂ ਭੁੱਖਮਰੀ ਹੁੰਦੀ ਸੀ ਉਹ ਦਿੰਦੇ ਨਹੀਂ ਸੀ। ਜਿਹੜਾ 42 ਦਾ ਵੱਡਾ ਕਾਲ ਪੱਛਮੀ ਬੰਗਾਲ 'ਚ ਪਿਆ ਸੀ, ਜਿਹਦੇ ਵਿੱਚ ਭੁੱਖਾ ਬੰਗਾਲੀ ਕਈ ਵਾਰੀ ਅੱਜ ਵੀ ਕਹਿ ਦਿੰਦੇ ਆ, ਬਹੁਤ ਭੁੱਖੜਾ ਪਿਆ ਸੀ। ਮਾਵਾਂ ਜਾਣੀ ਆਪਣੇ ਬੱਚਿਆਂ ਨੂੰ ਮਾਰ ਕੇ ਜਾਣੀ ਖਾ ਗਈਆਂ ਤੱਕ, ਇਸ ਕਿਸਮ ਦਾ ਹਾਲਤ ਜਾਣੀ ਦੱਸੀ ਜਾਂਦੀ ਆ, ਜਿਹੜੀ ਕਿ ਬਹੁਤ ਹੀ ਮਤਲਬ ਦਰਦਨਾਕ ਸੀ। ਉਹਨਾਂ ਨੂੰ ਇਹ ਡਰ ਆ ਰਾਕੇਸ਼ ਟਕੈਤ ਨੂੰ ਕਿ ਜੇ ਇਹੋ ਜਿਹੇ ਹਾਲਾਤ ਦੁਬਾਰਾ ਇਹਨਾਂ ਕੰਪਨੀਆਂ ਨੇ ਦੇਸ਼ ਦੇ ਅੰਦਰ ਪੈਦਾ ਕਰਤੇ ਤਾਂ ਅਸੀਂ ਫਿਰ ਉਹ ਤਾਲੇ ਥੋੜੀ ਲੱਗੇ ਰਹਿਣ ਦਿਆਂਗੇ। ਜਿਸ ਤਰ੍ਹਾਂ ਹੁਣ ਮੋਗਾ 'ਚ ਸਾਈਲੋਜ਼ ਹੈਗੇ ਆ ਤੇ ਉਹ ਤੇ ਅਸੀਂ ਫਿਰ ਲੋਕਾਂ 'ਚ ਅਨਾਜ ਪ੍ਰਣਾਲੀ ਗੁਰੂ ਨਾਨਕ ਦੇਵ ਜੀ ਦੇ ਨਾਂ ਲੈ ਕੇ 13 ਕਰਕੇ ਵੰਡ ਦਿਆਂਗੇ ਕਿ ਤੁਹਾਡਾ ਹੀ ਆ, ਇਹ ਕਿਸੇ ਕਾਰਪੋਰੇਟ ਦਾ ਨਹੀਂ ਹੈ, ਤੁਸੀਂ ਚੱਕ ਲਓ ਆਪਣਾ, ਜਿਹਦੇ ਕੋਲ ਜਿੰਨੀਆਂ ਬੋਰੀਆਂ ਭਰੀਆਂ ਜਾਂਦੀਆਂ ਲੈ ਜਾਓ। ਮੈਂ ਇਹਨੂੰ ਲਾਲਚ ਨਹੀਂ ਕਹਿੰਦਾ, ਇਹ ਸਰਵਾਈਵਲ ਦੀ ਲੜਾਈ ਹੈ। ਸੰਵਿਧਾਨ ਦੇ ਵਿੱਚ ਸਾਨੂੰ ਜੀਣ ਦਾ ਧਾਰਾ 21 ਅਨੁਸਾਰ ਅਧਿਕਾਰ ਹੈ। ਜੇ ਦੇਸ਼ ਸਾਨੂੰ ਜੀਣ ਦਾ ਅਧਿਕਾਰ ਸਾਡੇ ਤੋਂ ਖੋਹਦਾ ਤੇ ਲੋਕਾਂ ਨੂੰ ਉਹ ਅਧਿਕਾਰ ਫੰਡਾਮੈਂਟਲ ਰਾਈਟ ਨੂੰ ਪਾ ਲੈਣ ਦਾ ਬਿਲਕੁਲ ਇੱਕ ਮੇਰਾ ਖਿਆਲ ਹੈ ਅਨੁਕੂਲ ਹੈਗਾ ਦੁਨੀਆ ਦੇ ਰੂਲ ਮੁਤਾਬਕ ਵੀ, UN ਦੇ ਯੂਨਾਈਟਿਡ ਨੇਸ਼ਨ ਦੇ ਰੂਲ ਮੁਤਾਬਕ ਵੀ, ਤੇ ਇੱਥੇ ਭਾਰਤ ਦੇ ਸੰਵਿਧਾਨ ਮੁਤਾਬਕ ਵੀ। ਇਸ ਕਰਕੇ ਉਹਨਾਂ ਨੇ ਧਮਕੀ ਦਿੱਤੀ ਆ ਕਿ ਬੰਦ ਕਰੋ, ਜਿਹੜੇ ਰਾਕੇਸ਼ ਟਕੈਤ ਨੇ ਮਲਕ ਹੁਣਾਂ ਦੀ ਤਰਜ ਵਿੱਚ ਤਰਜ ਮਿਲਾਉਂਦੇ ਆ ਕਿ ਬੰਦ ਕਰੋ, ਬਹੁਤ ਕੁਛ ਹੋ ਗਿਆ, ਹੁਣ ਮਾਫ ਕਰੋ ਸਾਨੂੰ ਕਿ ਅਸੀਂ ਜਿਹੜੇ ਆ ਬਹੁਤ ਸਤਾਏ ਗਏ ਆ, ਤੇ ਤਿੰਨੇ ਕਾਨੂੰਨ ਜਲਦੀ ਤੋਂ ਜਲਦੀ ਵਾਪਸ ਲੈ ਲਓ, MSP ਤੋਂ, ਨਹੀਂ ਤੇ ਫਿਰ ਸਾਡਾ ਰਸਤਾ ਸਾਫ਼ ਹੈ। ਪ੍ਰੋਫੈਸਰ ਸਾਹਿਬ, ਕਾਂਗਰਸ ਨੇਤਾ ਰਵਨੀਤ ਸਿੰਘ ਬਿੱਟੂ ਨੇ ਹੁਣ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਕਿਸਾਨੀ ਮਸਲਿਆਂ ਦੇ ਹੱਲ ਲਈ ਅਪੀਲ ਕੀਤੀ। ਉਹਨੇ ਕਿਹਾ ਕਿ ਤੁਸੀਂ ਹੁਣ ਇਸ ਮਸਲੇ ਦੇ ਹੱਲ ਲਈ ਪਹਿਲ ਕਦਮੀ ਕਰੋ ਤੇ ਸਾਰੀ ਪਾਰਟੀਆਂ ਨੂੰ ਬੁਲਾ ਕੇ ਜਲਦੀ ਇਸ ਮਸਲੇ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ। ਤੇ ਨਾਲ ਹੀ ਉਹਨਾਂ ਨੇ ਸਦਨ ਵਿੱਚ ਇਹ ਦਾਅਵਾ ਕੀਤਾ ਹੈ ਕਿ ਇਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਏਗਾ, ਜਿਸ ਨਾਲ ਪੂਰੇ ਦੇਸ਼ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ ਤੇ ਜਿਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਏਗੀ। ਗੱਲ ਚਲੋ ਤੁਸੀਂ ਠੀਕ ਕਿਹਾ ਕਿ ਇਹ ਉਹਨਾਂ ਦਾ ਇਸ ਤਰ੍ਹਾਂ ਦੇ ਮਾਹੌਲ ਤੇ ਖਰਾਬ ਹੋ ਸਕਦਾ ਹੈ। ਮੇਰਾ ਇਹ ਕਹਿਣਾ ਕਿ ਕੀ ਇਹ ਅੱਜ ਤੱਕ ਦਿਖਦਾ ਨਹੀਂ, ਓਮ ਬਿਰਲਾ ਨੂੰ ਨਹੀਂ ਦਿਖਦਾ? ਇਹ ਪਹਿਲਾਂ ਜਿਹੜਾ ਪਾਰਟ ਸੀਗਾ ਇਸੇ ਬਜਟ ਸੈਸ਼ਨ ਦਾ, ਉਦੋਂ ਨਹੀਂ ਸੀ ਦਿਖਦਾ। ਇਹ ਬਿੱਟੂ ਨੂੰ ਕਹਿ ਕੇ ਹੁਣ ਚੇਤਾ ਕਰਾਉਣਾ, ਇਹ ਤੇ ਇੱਕ ਨਲਾਇਕੀ ਹੈਗੀ ਆ, ਜਾਣੀ ਬੇਮੁਖ ਹੋ ਗਈ ਆ ਪਾਰਟੀ ਲੋਕਾਂ ਤੋਂ, ਲੋਕਾਂ ਦੇ ਦਰਦ ਤੋਂ। ਉਹਨਾਂ ਦੀ ਲਾਇਲਟੀ ਜਾਣੀ ਵਫਾਦਾਰੀ ਅਡਾਨੀ ਅੰਬਾਨੀ ਨਾਲ ਹੋ ਗਈ ਹੈ, ਜਿੱਥੋਂ ਉਹਨਾਂ ਨੇ ਫੰਡ ਲੈਣੇ ਆ, ਜਿਹੜੇ ਉਹਨਾਂ ਨੂੰ ਚੁੱਪ ਕਰਕੇ ਹਜ਼ਾਰਾਂ ਕਰੋੜ ਪੈਸੇ ਦੇ ਦਿੰਦੇ ਆ। ਪਹਿਲਾਂ ਵੀ ਬਥੇਰੇ ਪੈਸੇ ਆ BJP ਕੋਲ, ਟਰੇਡਰਸ ਦੀ ਪਾਰਟੀ ਆ, ਵੱਡੇ ਵਪਾਰੀਆਂ ਦੀ ਪਾਰਟੀ ਆ, ਤੇ ਹੁਣ ਹੋਰ ਵੀ ਉਹਨਾਂ ਨੂੰ ਹੈ, ਤੇ ਉਹ ਉਹਨਾਂ ਦੇ ਹੀ ਗੁਣ ਗਾਇਨ ਕਰਨਗੇ। ਉਹਨਾਂ ਨੂੰ ਲੋਕਾਂ ਨਾਲ, ਉਹਨਾਂ ਨੂੰ ਇਹ ਲੱਗਦਾ ਕਿ ਲੋਕ ਇੱਥੇ ਬਥੇਰੀ ਜਨਤਾ ਹੈਗੀ ਆ, ਵੋਟਾਂ ਉਹਨਾਂ ਨੇ ਕਿੱਥੇ ਲਿਜਾਣੀਆਂ, ਘਰੇ ਥੋੜ੍ਹੀ ਰੱਖਣੀਆਂ, ਪਾਉਣੀਆਂ ਹੀ ਆ, ਤੇ ਅਸੀਂ ਉਹਨਾਂ ਦਿਨਾਂ 'ਚ ਵੋਟਾਂ ਤੇ ਮੈਨੇਜ ਕਰਨ ਦਾ ਸਾਨੂੰ ਸਾਧਨ ਹੈ। ਜੇ ਬਿਲਕੁਲ ਨਹੀਂ ਪਾਉਣਗੇ ਤੇ EVM ਤੇ ਹੈ ਹੀ ਆ, ਅਸੀਂ ਕੁਛ ਨਾ ਕੁਛ ਕਿਸੇ ਤਰੀਕੇ ਨਾਲ EVM ਰਾਹੀਂ ਵੀ ਮੈਨੇਜ ਕਰ ਸਕਦੇ ਹਾਂ। ਸ਼ਾਇਦ ਉਹਨਾਂ ਨੂੰ ਇਸ ਕਿਸਮ ਦਾ ਕਾਫੀ ਇੱਕ ਹੋਪ ਉਮੀਦ ਰਹਿੰਦੀ ਹੈਗੀ। ਹੁਣ ਇਹ ਤੇ ਸਾਰੇ ਆਪਣੇ ਆਪ 'ਚ ਬੜੇ ਕੰਟਰੋਵਰਸ਼ੀਅਲ ਸਵਾਲ ਹੈਗੇ ਆ ਕਿ ਕਿੱਦਾਂ ਕੀ ਹੁੰਦਾ, ਪਰ ਬਿੱਟੂ ਦਾ ਜਿਹੜਾ ਇਹ ਕਹਿਣਾ ਕਿ ਤਿੰਨੇ ਪਾਰਟੀਆਂ ਜਾਂ ਹੋਰ ਪਾਰਟੀਆਂ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਆ ਜਾਂ ਹੋਰਨਾਂ ਦੀਆਂ ਅੰਦਰ ਵਿਰੋਧੀ ਪਾਰਟੀਆਂ ਹੈਗੀਆਂ, ਕਾਂਗਰਸ ਵੀ ਹੈਗੀ ਆ, ਬੁਲਾ ਕੇ ਇੱਕ ਮੀਟਿੰਗ ਕਰ ਲਓ, ਇਹਦੇ 'ਚ ਤੇ ਕੋਈ ਹਰਜ ਨਹੀਂ ਹੈ। ਇਹ ਤੇ ਡੈਮੋਕ੍ਰੇਸੀ ਦੇ ਬੇਸਿਕ ਰੂਲਸ ਦੇ ਵਿੱਚ ਹੈ। ਬਿਰਲਾ ਨੂੰ ਬਿੱਟੂ ਨੇ ਥੋੜ੍ਹੀ ਦੱਸਣਾ ਕਿ ਤੁਸੀਂ ਜੋ ਇੱਕ ਸਹਿਮਤੀ ਬਣਦੀ ਆ ਉਹਦੇ 'ਚ ਕਿਸਾਨ ਲੀਡਰਾਂ ਦਾ ਵੀ 11 ਮੀਟਿੰਗਾਂ ਹੋਈਆਂ, ਕੁਛ ਨਹੀਂ ਨਿਕਲਿਆ, ਵਿਰੋਧੀ ਪਾਰਟੀਆਂ ਨਾਲ ਕਰਕੇ ਦੇਖ ਲਓ ਤੇ ਸ਼ਾਇਦ ਕੋਈ ਹੱਲ ਨਿਕਲ ਜਾਏ। ਪਰ ਮੇਰਾ ਖਿਆਲ ਹੈ ਕਿ ਕਿਸਾਨ ਲੀਡਰਾਂ ਨਾਲ ਜਦ ਤੱਕ ਸਿੱਧੀ ਗੱਲ ਨਹੀਂ ਹੁੰਦੀ, ਉਦੋਂ ਤੱਕ ਵਿਰੋਧੀ ਪਾਰਟੀਆਂ ਵੀ ਉਹਨਾਂ ਦੇ ਬਿਹਾਫ ਤੇ ਕੀ ਫੈਸਲੇ ਲੈਣਗੀਆਂ, ਨਹੀਂ ਲਏ ਜਾ ਸਕਦੇ। ਵਿਰੋਧੀ ਪਾਰਟੀਆਂ ਨੇ ਕਿਸਾਨਾਂ ਨੇ ਵਿਰੋਧੀ ਪਾਰਟੀਆਂ ਨੂੰ ਤੇ ਇੱਕ ਪਾਸੇ ਕਰਕੇ ਰੱਖਿਆ। ਅਲਟੀਮੇਟਲੀ ਉਹਨਾਂ ਵਿਰੋਧੀ ਪਾਰਟੀਆਂ ਨੂੰ ਵੀ ਇੱਕ ਬ੍ਰਿਜ ਦਾ ਤੇ ਕੰਮ ਕਰ ਸਕਦੇ ਆ, ਉਹ ਡਿਸਾਈਸਿਵ ਕੰਮ ਨਹੀਂ ਕਰ ਸਕਦੇ। ਪਰ ਨਾਲ ਹੀ ਉਹਨਾਂ ਨੇ ਜਿਹੜੀ ਆਪਣੀ ਇੱਕ ਸੂਬਾ ਜਿਹੜਾ ਪੰਜਾਬ ਦਾ ਆ, ਉਹ ਬਾਰਡਰ ਸਟੇਟ ਹੋਣ ਕਰਕੇ ਉਹਨਾਂ ਨੇ ਖਤਰਾ ਜ਼ਾਹਰ ਕੀਤਾ। ਉਹ ਕੈਪਟਨ ਅਮਰਿੰਦਰ ਸਿੰਘ ਵੀ ਬਾਰ-ਬਾਰ ਕਹਿੰਦੇ ਆ ਅਸੀਂ ਪਾਕਿਸਤਾਨ ਨਾਲ ਪਿੱਠ ਲੱਗਦੀ ਆ, ਉੱਧਰ ਵੀ ਪੰਜਾਬੀ ਆ, ਇੱਧਰ ਵੀ ਪੰਜਾਬੀ ਆ। ਵੈਸੇ ਸਾਡਾ ਵੀ ਜਿਹੜਾ ਕਲਚਰ ਤੌਰ ਤੇ, ਇਤਿਹਾਸਿਕ ਤੌਰ ਤੇ ਧਿਆਨ ਉਹ ਜ਼ਿਆਦਾ ਲਾਹੌਰ ਵੱਲ ਹੁੰਦਾ ਦਿੱਲੀ ਨਾਲੋਂ, ਤੇ ਇੱਥੇ ਫਿਰ ਜਿਹੜੀ ਕੋਈ ਡਿਸਟਰਬੈਂਸ ਹੁੰਦੀ ਹੈ ਜਾਂ
ਜੋ ਚੀਨ ਦੇ ਹਿੱਤ ਹੈਗੇ ਇਸ ਰੀਜਨ ਦੇ ਵਿੱਚ, ਵੈਸੇ ਤੇ ਦੁਨੀਆ ਦੇ ਹੀ ਹੈਗੇ ਆ, ਪਰ ਚੀਨ ਦੇ ਤੇ ਇਮੀਡੀਏਟ ਸਾਡਾ ਨੇਬਰ ਹੋਣ ਕਰਕੇ ਹਿੱਤ ਆ। ਫਿਰ ਸਾਨੂੰ ਇਸ ਪੰਜਾਬ ਨੂੰ ਸੰਭਾਲਣਾ, ਉਹਦੀ ਰਾਜਨੀਤੀ ਨੂੰ ਸੰਭਾਲਣਾ ਕਾਫੀ ਔਖਾ ਪੈ ਸਕਦਾ, ਸਾਨੂੰ ਕਾਫੀ ਕੀਮਤ ਤਾਰਨੀ ਪੈ ਸਕਦੀ ਆ। ਅੱਗੇ ਹੋ ਚੁੱਕਿਆ, ਹੁਣ ਉਹਨਾਂ ਨੇ ਕਿਹਾ ਕਿ ਫਿਰ ਦੁਬਾਰਾ ਹੋ ਸਕਦਾ। ਹੁਣ ਕੀ ਇਹ ਇਸੇ ਤਰੀਕੇ ਨਾਲ ਇੱਕ ਨਵਾਂ ਕਸ਼ਮੀਰ ਪੰਜਾਬ 'ਚ ਬਣਾ ਕੇ ਕੰਮ ਚਲਾਉਣਾ ਚਾਹੁੰਦੇ ਆ, ਜਾਂ ਲੋਕਾਂ ਦੀਆਂ ਮੰਗਾਂ ਦੇ ਉੱਤੇ ਪੂਰਾ ਉਤਰ ਕੇ ਉਹਨਾਂ ਨੂੰ ਸ਼ਾਂਤ ਕਰਕੇ ਉਂਝ ਆਪਣੀ ਲੋਕਤੰਤਰ ਨੂੰ ਚਲਾਉਣਾ ਚਾਹੁੰਦੇ ਆ? ਇਹ ਫੈਸਲਾ ਤੇ ਬੀਜੇਪੀ ਨੇ ਕਰਨਾ, ਪਰ ਇਹ ਜਿਹੜਾ ਸੁਨੇਹਾ ਦਿੱਤਾ ਪਾਰਲੀਮੈਂਟ ਦੇ ਅੰਦਰ ਬਿੱਟੂ ਨੇ, ਇਹ ਇੱਕ ਚੰਗੀ ਵਾਰਨਿੰਗ ਹੈ ਜੇ ਇਸ ਨੂੰ ਸੀਰੀਅਸਲੀ ਲਿਆ ਜਾਏ ਤੇ। ਹਾਂਜੀ ਰੋਮਨ ਜੀ ਪ੍ਰੋਫੈਸਰ ਸਾਹਿਬ, ਕਿਸਾਨ ਅੰਦੋਲਨ ਹੁਣ ਕੇਵਲ ਕਿਸਾਨਾਂ ਤੱਕ ਹੀ ਸੀਮਿਤ ਨਹੀਂ ਰਿਹਾ, ਸਾਰੇ ਵਰਗਾਂ ਨਾਲ ਜੁੜ ਚੁੱਕਿਆ ਹੈ, ਇੱਕ ਜਨ ਅੰਦੋਲਨ ਬਣ ਚੁੱਕਿਆ ਹੈ। ਖਾਸ ਕਰ ਦਲਿਤ ਭਾਈਚਾਰੇ ਵੀ ਹੁਣ ਕਿਸਾਨਾਂ ਦੇ ਹੱਕ ਵਿੱਚ ਨਿਤਰਿਆ ਤੇ ਹੁਣ ਦਲਿਤ ਭਾਈਚਾਰੇ ਨੇ ਕਿਸਾਨਾਂ ਨਾਲ ਮਿਲ ਕੇ ਕਾਰਪੋਰੇਟ ਨੀਤੀਆਂ ਖਿਲਾਫ ਸ਼ੁਰੂ ਕਰ ਦਿੱਤੀ ਹੈ। ਇਹ ਰੋਮਨ ਇੱਕ ਬਹੁਤ ਵੱਡਾ ਤਮਾਚਾ ਬੀਜੇਪੀ ਤੇ ਆਰਐਸਐਸ ਦੇ ਮੂੰਹ ਤੇ ਹੈ, ਜਿਹੜੀ ਇਹ ਫੈਸਲਾ ਕੀਤਾ। SR ਲੱਦੜ, ਜਗਤਾਰ ਸਿੰਘ, ਘੁੰਮਣ ਸਾਹਿਬ, ਇਹ ਰਿਟਾਇਰਡ ਅਫੀਸਰ ਹੈਗੇ ਆ ਜਿਹੜੇ ਰਿਜ਼ਰਵ SC ਸਮੁਦਾਇ ਨੂੰ ਬਿਲੋਂਗ ਕਰਦੇ ਆ। ਉਹ ਬੜੀ ਦੇਰ ਤੋਂ ਲੱਗੇ ਹੋਏ ਸੀ, ਮੈਨੂੰ ਪਤਾ ਮਹੀਨਾ ਡੇਢ ਮਹੀਨੇ ਤੋਂ ਕੋਸ਼ਿਸ਼ਾਂ ਕਰ ਰਹੇ ਸੀਗੇ ਕਿ ਅਸੀਂ ਮੈਦਾਨ ਵਿੱਚ ਉਤਰੀਏ ਇਕੱਲੇ। ਇਹਨੂੰ ਜੱਟਾਂ ਦੀ ਐਜੀਟੇਸ਼ਨ ਕਿਉਂ ਬਣਾਇਆ ਜਾਏ, ਫਾਰਮਰ ਦਾ ਐਜੀਟੇਸ਼ਨ, ਕਿਸਾਨ ਕਹਿੰਦੇ ਆ ਪਰ ਕਿਸਾਨਾਂ ਦੇ ਵਿੱਚ ਮਜ਼ਦੂਰ ਬਗੈਰ ਕਿਸਾਨ ਨਹੀਂ ਹੈ। ਤੇ ਦਲਿਤ ਭਾਈਚਾਰਾ ਜਿਹੜਾ ਪਿੰਡਾਂ ਵਿੱਚ ਬੈਠਾ, ਉਹ ਕਿਸਾਨੀ ਦਾ ਹਿੱਸਾ ਹਮੇਸ਼ਾ ਸੀਰੀ ਤੇ ਕਿਸਾਨ ਦਾ ਇੱਕ 9 ਮਾਸ ਦਾ ਰਿਸ਼ਤਾ ਰਿਹਾ ਆ। ਉਸੇ ਨੂੰ ਰਿਸ਼ਤੇ ਨੂੰ ਯਾਦ ਕਰਦੇ ਹੋਏ ਤੇ ਵੈਸੇ ਵੀ ਕਿਸਾਨਾਂ ਦੀ ਮੂਵਮੈਂਟ ਦਾ ਆਧਾਰ ਸਮਾਜਿਕ ਤੇ ਰਾਜਨੀਤਿਕ ਆਧਾਰ ਦਾ ਫੈਲਾਅ ਕਰਦੇ ਹੋਏ ਇਹ ਫੈਸਲਾ ਕੀਤਾ ਗਿਆ। ਮੈਂ ਵੀ ਉਹਨਾਂ ਦੇ ਨਾਲ ਸ਼ਾਮਲ ਹਾਂ ਇਸ ਗੱਲ 'ਚ। ਮੈਂ ਇੱਥੇ ਤੁਹਾਨੂੰ ਦੱਸ ਦਿਆਂ ਕਿ ਇੱਕ ਵੱਡੀ ਰੈਲੀ 28 ਤਰੀਕ ਨੂੰ ਲੁਧਿਆਣੇ ਦੇ ਵਿੱਚ, ਜਿਹੜੀ ਉਹਨਾਂ ਦੀ ਅਨਾਜ ਮੰਡੀ ਹੈ ਜਲੰਧਰ ਬਾਈਪਾਸ ਤੇ ਕੀਤੀ ਜਾ ਰਹੀ ਹੈ, ਜਿਹਦੇ 'ਚ ਕਈ ਹਜ਼ਾਰਾਂ ਲੋਕ ਜਿਹੜੇ ਦਲਿਤ ਭਾਈਚਾਰਾ, OBC ਭਾਈਚਾਰਾ, ਜਿਹੜੇ ਸਾਡੇ 85% ਆ ਜਿਹੜੇ ਰਿਸੀਵਿੰਗ ਐਂਡ ਤੇ ਆ, ਸਾਰਿਆਂ ਨੂੰ ਕਾਂਸ਼ੀ ਰਾਮ ਦੀ ਫੌਜ ਜਿਹੜੀ ਆ ਉਹਨਾਂ ਨੂੰ ਨਿਯੋਤਾ ਦਿੱਤਾ ਔਰ ਉਹ ਉਹਨਾਂ ਨੂੰ ਮੋਬਿਲਾਈਜ਼ ਕਰਕੇ ਉੱਥੇ ਵੱਡੇ ਪੱਧਰ ਤੇ 28 ਤਰੀਕ ਨੂੰ, ਇਸੇ ਮਹੀਨੇ ਦੀ 28 ਮਾਰਚ ਨੂੰ ਉੱਥੇ ਪਹੁੰਚਾਇਆ ਜਾ ਰਿਹਾ। ਉਹ ਆ ਰਹੇ ਆ, ਤਿਆਰੀਆਂ ਪੂਰੀਆਂ ਜ਼ੋਰਾਂ ਤੇ ਆ। ਉਹ ਕੱਲ ਸਿੰਘੂ ਬਾਰਡਰ ਦੇ ਉੱਤੇ ਬਲਬੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ ਤੇ ਹੋਰਨਾਂ ਕੁਝ ਕਿਸਾਨ ਲੀਡਰਾਂ ਨੂੰ ਆਪਣਾ ਇਨਵੀਟੇਸ਼ਨ, ਫਾਰਮਲ ਇਨਵੀਟੇਸ਼ਨ ਦੇਣ ਗਏ ਸੀ। ਉੱਥੇ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਸਭਾਵਾਂ ਨੂੰ ਵੀ ਐਡਰੈਸ ਕੀਤਾ ਤੇ ਇੱਕ ਬਹੁਤ ਹੀ ਨਵਾਂ ਮੋੜ ਸਾਡੀ ਮੂਵਮੈਂਟ ਦੇ ਵਿੱਚ, ਕਿਸਾਨ ਸੰਘਰਸ਼ ਦੇ ਵਿੱਚ ਹੋਊਗਾ, ਜਿੱਥੇ ਕਿਰਤੀ ਕਿਸਾਨ ਭਾਈ ਦਾ ਨਾਰਾ ਤੇ ਲੱਗ ਰਿਹਾ ਸੀਗਾ, ਪਰ ਉਹ ਧਰਾਤਲ ਤੇ ਕਿਸਾਨ ਜ਼ਿਆਦਾ ਨਜ਼ਰ ਆਉਂਦੇ ਸੀ, ਕਿਰਤੀ ਘੱਟ ਆਉਂਦੇ ਸੀ। ਪਰ ਜੇ ਭਾਗੀਦਾਰੀ ਸੀਗੀ ਵੀ ਤਾਂ ਉਹ ਕੋਈ ਬਹੁਤੀ ਬਰਾਬਰਤਾ ਦੇ ਤੌਰ ਤੇ ਨਜ਼ਰ ਨਹੀਂ ਸੀ ਆ ਰਹੀ। ਹੁਣ ਇਹ ਜਦੋਂ ਵੱਡੇ ਪੱਧਰ ਤੇ ਸ਼ਾਮਲ ਹੋ ਕੇ ਨਗਾਰੇ ਦੀ ਚੋਟ ਨਾਲ ਸ਼ਾਮਲ ਹੋਣਗੇ ਤਾਂ ਮੈਨੂੰ ਲੱਗਦਾ ਇੱਕ ਕਾਫੀ ਦਲਿਤ ਸਮੁਦਾਇ ਨੂੰ ਵੀ ਹਲੂਣਾ ਮਿਲੂਗਾ, ਇੱਕ ਉਹਨਾਂ ਨੂੰ ਆਪਸ ਵਿੱਚ ਐਮਪਾਵਰਡ ਮਹਿਸੂਸ ਕਰਨਾ, ਸਸ਼ਕਤੀਕਰਨ ਦਾ ਜਿਹੜਾ ਉਦਣ ਇਹ ਦਿਨ ਹੋਊਗਾ। ਇਹ ਬਹੁਤ ਜ਼ਰੂਰੀ ਸੀ ਜਦੋਂ ਐਡਾ ਅਬਾਲਾ ਸਾਰੇ ਜਨਤਾ ਦੇ ਵਿੱਚ ਆਇਆ ਹੋਏ ਤੇ ਜਿਹੜੇ ਪਿੰਡਾਂ 'ਚ 37% ਦਲਿਤ ਭਾਈਚਾਰਾ, ਤਕਰੀਬਨ 20% ਜਾਟ ਹੋਣਗੇ ਤੇ 37% ਜਾਣੀ ਉਹਨਾਂ ਨੂੰ ਆਲਮੋਸਟ ਦੁੱਗਣਾ ਹੈਗਾ, ਉਹ ਬਾਹਰ ਬੈਠਾ ਰਹੇ। ਬਾਹਰ ਦਾ ਨਹੀਂ ਕਿ ਬਾਹਰ ਬੈਠੇ ਸੀਗੇ, ਜਾਣੀ ਉਹ ਸਿੱਧੇ ਤੌਰ ਤੇ ਦੇਖਦੇ ਹੋਏ ਵੱਡੇ ਪੱਧਰ ਤੇ ਸ਼ਾਮਲ ਨਾ ਹੋਣ ਤੇ ਸਾਨੂੰ ਥੋੜ੍ਹੀ ਜਿਹੀ ਚਿੰਤਾ ਹੁੰਦੀ ਸੀ। ਮੈਂ ਤੁਹਾਨੂੰ ਇੱਥੇ ਦੱਸ ਦਿਆਂ ਕਿ RSS BJP ਲਗਾਤਾਰ ਜੱਟ ਤੇ ਦਲਿਤ ਦਾ ਮਸਲਾ ਬਣਾ ਕੇ ਉਹਨਾਂ ਵਿੱਚ ਆਪਸੀ ਬੇਇਤਫਾਕੀ ਪੈਦਾ ਕਰਕੇ ਜਿਹੜੇ ਦਲਿਤ ਭਾਈਚਾਰਾ ਆ ਉਹਨਾਂ ਨੂੰ ਕੋਈ ਲਾਲਚ ਦੇ ਕੇ ਕਿ ਦੇਖੋ ਜੀ ਆਹ ਬਣਾ ਦਿਆਂਗੇ, ਤੁਸੀਂ ਇੰਝ ਕਰੋ, ਤੁਹਾਨੂੰ ਤੇ ਇਹ ਮਾਰਦੇ ਆ, ਕੁੱਟਦੇ ਆ, ਤੁਹਾਡੇ ਨਾਲ ਦੁਰਵਿਹਾਰ ਕਰਦੇ ਆ ਜਿਹੜੇ ਕਿਸਾਨ ਆ, ਤੇ ਤੁਸੀਂ ਇਹਨਾਂ ਦੇ ਵਿਰੁੱਧ ਬਗਾਵਤ ਕਰੋ। ਇਹੋ ਜਿਹੀਆਂ ਉਹ ਚੂੜਾਂ ਜਿਹੜੀਆਂ ਢਿੱਲੀਆਂ ਕਰਕੇ ਆਪਣੇ ਫਾਨੇ, ਜਿਹੜੇ ਰਾਜਨੀਤਿਕ ਫਾਨੇ, ਉਹ ਠੋਕ ਰਹੇ ਸੀ ਪਾੜਾ ਪਾਉਣ ਲਈ। ਇਸ ਰੈਲੀ ਨੇ ਉਹਨਾਂ ਦੇ ਵਿੱਚ ਆਪਸੀ ਤਾਲਮੇਲ ਪੈਦਾ ਕਰਨਾ, ਜਿਹੜਾ ਬੇਭਰੋਸਗੀ ਕਿਤੇ ਹੈਗੀ ਆ ਉਹਨੂੰ ਭਰੋਸੇ 'ਚ ਬਦਲਣਾ, ਇੱਕ ਬਹੁਤ ਵੱਡਾ ਉਪਰਾਲਾ ਹੈਗਾ। ਤੇ ਇਹ ਇੱਕ ਬਹੁਤ ਹੀ ਵੱਡੀ ਖਬਰ ਤੁਸੀਂ ਅੱਜ ਦੱਸੀ ਹੈ, ਬੜਾ ਵੈਲਕਮ ਸਟੈਪ ਹੈਗਾ। ਔਰ ਇਹਦੇ ਬਾਅਦ ਤੁਸੀਂ ਦੇਖਿਓ ਕਿ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵੀਂ ਫਿਜ਼ਾ, ਇੱਕ ਨਵੇਂ ਵੱਡੇ ਧੜੇ ਦਾ ਸ਼ਾਮਲ ਹੋ ਕੇ ਦਬੰਗੀ ਨਾਲ ਅੱਗੇ ਵਧਣਾ ਉਹ ਤੁਹਾਨੂੰ ਨਜ਼ਰ ਆਊਗਾ। ਹਾਂਜੀ ਰੋਮਨ जी प्रोफेसर साहब, कल किसान एकता मोर्चा की प्रेस कॉन्फ्रेंस हुई है जिस विच कई अहम ऐलान किए गए हैं, जिस विच 23 मार्च ਨੂੰ शहीद आजम सरदार भगत सिंह ਦਾ शहीदी दिहाड़ा मनाया जाना है सारे बॉर्डर ਤੇ। 26 मार्च ਨੂੰ ਭਾਰਤ ਬੰਦ ਰੱਖਿਆ ਜਾਏਗਾ ਤੇ 28 ਮਾਰਚ ਨੂੰ ਹੋਲੀ ਵਾਲੇ ਦਿਨ ਕਾਲੇ ਕਾਨੂੰਨ ਦੀਆਂ ਸਾਰੀ ਕਾਪੀਆਂ ਸਾੜੀਆਂ ਜਾਣਗੀਆਂ।
ਇਹ ਤੇ ਸਾੜੀਆਂ ਆ, ਅੱਗੇ ਵੀ ਸਾੜੀਆਂ ਕਈ ਵਾਰੀ ਤੁਹਾਨੂੰ ਪਤਾ ਅਸੀਂ ਲੋਹੜੀ ਤੇ ਵੀ ਇਹ ਸਾੜੀਆਂ ਸੀ ਅਜੇ ਉੱਥੇ ਅਸਲ ਮਾਨਿਆਂ 'ਚ ਕਾਨੂੰਨ ਤੌਰ ਤੇ ਸੜੀਆਂ ਨਹੀਂ, ਇਹ ਤੇ ਕਰਦੇ ਰਹਿਣਾ ਚਾਹੀਦਾ। ਪਰ ਜਿਹੜਾ 23 ਮਾਰਚ ਵਾਲਾ ਆ ਉਹ ਬਹੁਤ ਹੀ ਅਹਿਮ ਭੂਮਿਕਾ ਨਿਭਾਊਗਾ ਕਿਸਾਨ ਅੰਦੋਲਨ ਦੇ ਵਿੱਚ, ਕਿਉਂਕਿ ਭਗਤ ਸ਼ਹੀਦ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਇਹ ਨੌਜਵਾਨ ਲੀਡਰ ਆ, ਦੇਸ਼ ਦੀ ਨੌਜਵਾਨੀ ਨੂੰ ਇਨਕਲਾਬੀ ਖਾਸ ਕਰਕੇ ਇਨਕਲਾਬੀ ਨੌਜਵਾਨਾਂ ਨੂੰ ਰਿਪਰੈਜ਼ੈਂਟ ਕਰਦੇ ਹੈਗੇ। ਰਾਜਗੁਰੂ ਸੁਖਦੇਵ ਤੇ ਭਗਤ ਸਿੰਘ ਜਦੋਂ ਦੇ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ ਚੜ੍ਹੇ ਸੀਗੇ ਤੇ ਯੰਗ ਉਮਰ ਦੇ ਵਿੱਚ ਸੀ, ਇਸ ਲਈ ਉਹਨਾਂ ਦੇ ਜਿਹੜਾ ਸਾਡਾ ਯੂਥ ਇੱਧਰ ਉੱਧਰ ਰਹਿੰਦਾ, ਬਹੁਤਾ ਰਾਜਨੀਤਿਕ ਤੌਰ ਤੇ ਨਹੀਂ ਸੋਚਦਾ। ਜਿਹੜੇ ਆ ਪੁਰਾਣੇ ਗਾਣੇ ਆਉਂਦੇ ਸੀ ਉਹਨਾਂ ਦੇ ਮੰਡੀਰਾਂ ਇਕੱਠੀਆਂ ਹੁੰਦੀਆਂ ਸੀ, ਹੁਣ ਤੇ ਗਾਣੇ ਵੀ ਬਦਲ ਗਏ। ਹੁਣ ਜਿਹੜੇ ਸਾਡੇ ਸਿੰਗਰ ਆ ਉਹਨਾਂ ਨੇ ਵੀ ਗਾਣਿਆਂ ਦੀਆਂ ਤਰਜਾਂ ਵੀ ਬਦਲਤੀਆਂ ਤੇ ਕੰਟੈਂਟ ਵੀ ਉਹਨਾਂ ਦਾ ਬਦਲ ਦਿੱਤਾ ਆ, ਕਿਸਾਨਾਂ ਵੱਲ ਨੂੰ ਮੋੜਿਆ ਕਿਉਂਕਿ ਮੂਵਮੈਂਟ ਬਦਲ ਗਈ ਆ। ਤੇ ਉਹ ਜਿਹੜੇ ਸਾਡੇ ਨੌਜਵਾਨ ਸੀ ਉਹ ਇੱਧਰ ਨੂੰ ਲਾਲਾ ਵੱਲ ਨੂੰ ਜ਼ਿਆਦਾ ਸੀਗਾ, ਹੈ ਨਾ। ਤੇ ਗੋਲੀਆਂ ਚੱਲ ਗਈਆਂ, ਬੰਦੂਕਾਂ ਚੱਕ ਲਓ, ਇਹ ਜੱਟ ਆ ਕਰਦਾ, ਜੱਟ ਦਾਰੂ ਪੀਂਦਾ, ਜੱਟ ਭੰਗੜੇ ਪਾਉਂਦਾ, ਇਹੋ ਜਿਹੀਆਂ ਗੱਲਾਂ ਜ਼ਿਆਦਾ ਹੁੰਦੀਆਂ ਸੀ। ਹੁਣ ਇੱਕ ਜ਼ਿੰਮੇਵਾਰੀ ਵਾਲੇ ਗਾਣੇ ਆ ਗਏ ਆ, ਮੂਵਮੈਂਟ ਵਾਲੇ ਗਾਣੇ ਆ ਗਏ ਆ, ਇੱਕ ਰਾਜਨੀਤਿਕ ਚੇਤਨਾ ਵਧਾਉਣ ਵਾਲੇ ਗਾਣੇ ਆ ਗਏ। ਤੇ ਉਹੋ ਹੀ ਜਿਹੜੇ ਨੌਜਵਾਨ ਆ ਹੁਣ ਇਸ ਪਾਸੇ ਨੂੰ ਆਪਣਾ ਰੋਲ, ਅਹਿਮ ਰੋਲ ਨਿਭਾਉਣ ਲਈ ਇਹ ਜਿੱਥੇ ਇੱਕ ਪਾਸੇ ਚੇਤਨ ਹੋ ਰਿਹਾ, ਉਹ ਮੋਬਿਲਾਈਜ਼ ਹੋ ਕੇ ਵੱਡੀ ਗਿਣਤੀ 'ਚ ਆਪਣੀ ਸ਼ਮੂਲੀਅਤ ਵੀ ਕਰ ਰਿਹਾ। ਤੇ 23 ਤਰੀਕ ਦਾ ਜਿਹੜਾ ਦਿਹਾੜਾ ਹੋਊਗਾ, ਇਹ ਜਿਸ ਤਰ੍ਹਾਂ 8 ਮਾਰਚ ਦਾ ਵਿਮਨ ਡੇ ਸੀ, ਉੱਥੇ ਵਿਮਨ ਵੱਡੇ ਪੱਧਰ ਤੇ ਗਈਆਂ, ਇਸੇ ਤਰੀਕੇ ਨਾਲ 23 ਮਾਰਚ ਵਾਲਾ ਨੌਜਵਾਨਾਂ ਦਾ ਦਿਵਸ ਹੋਊਗਾ। ਮੇਰਾ ਖਿਆਲ ਹੈ ਕਿ ਉਸ ਦਿਨ ਜਿਹੜੀਆਂ ਕੇਸਰੀਆਂ ਪੱਗਾਂ ਬੰਨ੍ਹ ਕੇ ਬਸੰਤੀ ਰੰਗ ਦੀਆਂ ਤੇ ਮੇਰਾ ਰੰਗ ਦੇ ਬਸੰਤੀ ਚੋਲਾ ਵਾਲਾ, ਉਸ ਕਿਸਮ ਦਾ ਜਿਹੜੀਆਂ ਬਸੰਤੀ ਪੱਗਾਂ ਬੰਨ੍ਹ ਕੇ ਇਹ ਉੱਥੇ ਜਦੋਂ ਨੌਜਵਾਨ ਵੱਡੇ ਪੱਧਰ ਤੇ ਸ਼ਾਮਲ ਹੋਣਗੇ ਤੇ ਇੱਕ ਨਵੀਂ ਉੱਥੇ ਦਿੱਖ ਉਹਨਾਂ ਮਜ਼ਾਰਿਆਂ ਨੂੰ, ਉਹਨਾਂ ਮੂਵਮੈਂਟਾਂ ਨੂੰ ਮਿਲੂਗੀ। ਮੈਂ ਤੁਹਾਨੂੰ ਇੱਥੇ ਯਾਦ ਕਰਾ ਦਿਆਂ ਕਿ ਜਿਹੜਾ ਬੇਗਮਪੁਰਾ ਸ਼ਹਿਰ ਦੇ ਵਿੱਚ ਕਿਸਾਨ ਯੂਨੀਵਰਸਿਟੀ ਖੁੱਲ੍ਹੀ ਹੈ, ਹਰ ਤਬਕੇ ਲਈ, ਹਰ ਸਮੁਦਾਇ ਲਈ, ਹਰ ਜਾਤੀ ਲਈ, ਹਰ ਵਰਗ ਲਈ ਉੱਥੇ ਅਲੱਗ-ਅਲੱਗ ਕਿਸਮ ਦੇ ਕੋਰਸ ਚੱਲ ਰਹੇ ਆ। ਔਰਤਾਂ ਦਾ ਇੱਕ ਕੋਰਸ ਪ੍ਰੀਲਿਮਿਨਰੀ ਡਿਪਲੋਮਾ ਖਤਮ ਹੋ ਗਿਆ, ਨੌਜਵਾਨ ਹੁਣ ਆਪਣਾ 23 ਮਾਰਚ ਨੂੰ ਡਿਪਲੋਮਾ ਲੈਣ ਜਾਣਗੇ, ਉਹ ਉੱਥੇ ਪਾਸ ਹੋਣਗੇ। ਦਲਿਤ ਭਾਈਚਾਰਾ ਪਿੱਛੇ ਤਿਆਰ ਬੈਠਾ ਆ, ਉਹ ਆਪਣੀ ਡਿਗਰੀ ਲੈ ਕੇ ਆਉਣਗੇ, ਇਹ ਸਾਰੇ ਉਸ ਯੂਨੀਵਰਸਿਟੀ 'ਚ ਸ਼ਾਮਲ ਹੋਣਗੇ। ਔਰ ਇਸ ਸਾਰੀ ਮੂਵਮੈਂਟ ਦਾ ਜਿਹੜਾ ਲੋਕਾਂ ਦੇ ਉੱਤੇ, ਸਮਾਜ ਦੇ ਉੱਤੇ, ਰਾਜਨੀਤਿਕ ਚੇਤਨਾ ਦੇ ਉੱਤੇ, ਆਉਣ ਵਾਲੀ ਰਾਜਨੀਤੀ ਉੱਤੇ ਐਡਾ ਗਹਿਰਾ ਤੇ ਵਿਸ਼ਾਲ ਪ੍ਰਭਾਵ ਪੈ ਰਿਹਾ ਤੇ ਪੈ ਚੁੱਕਾ ਆ, ਇਹ ਆਉਣ ਵਾਲੇ ਲੰਬੇ ਸਮੇਂ ਤੱਕ ਜਾਰੀ ਰਹੂਗਾ। ਇਹਦਾ ਇਹੋ ਹੀ ਇੱਕੋ ਇੱਕ ਤਰੀਕਾ ਸੀ ਲੋਕਾਂ ਦੇ ਵਿੱਚ ਚੇਤਨਾ ਪੈਦਾ ਕਰਨ ਦਾ ਕਿ ਲੋਕਾਂ ਨੂੰ ਮੂਵਮੈਂਟ 'ਚ ਉਤਾਰਿਆ ਜਾਏ। ਜਦੋਂ ਐਡੇ ਵੱਡੇ ਪੱਧਰ ਦੇ ਮੋਬਿਲਾਈਜ਼ ਹੋ ਕੇ ਆਲਰੇਡੀ ਉਤਰ ਚੁੱਕੇ ਆ, ਇੱਕ ਜ਼ਿੰਮੇਵਾਰ ਸ਼ਹਿਰੀ ਦੇ ਤੌਰ ਤੇ, ਜ਼ਿੰਮੇਵਾਰ ਪੰਜਾਬੀ ਦੇ ਤੌਰ ਤੇ ਆਪਣੇ ਆਪ ਨੂੰ ਉਹ ਆਪਣੀ ਅਹਿਮ ਭੂਮਿਕਾ ਇਸ ਮੂਵਮੈਂਟ ਦੇ ਵਿੱਚ ਨਿਭਾ ਰਹੇ ਆ, ਤਾਂ ਸਮਝੋ ਕਿ ਇਹ ਸਮਾਜ ਦੇ ਅੰਦਰ ਇੱਕ ਬੜਾ ਹੀ ਨਵਾਂ ਵੱਡੇ ਪੱਧਰ ਤੇ ਰਾਜਨੀਤਿਕ ਤੇ ਸੱਭਿਆਚਾਰਕ ਤੇ ਸਮਾਜਿਕ ਸਰਮਾਇਆ ਅਸੀਂ ਰੋਜ਼ ਲਗਾਤਾਰ ਇਕੱਠਾ ਕਰ ਰਹੇ ਹਾਂ। ਔਰ ਉਸ ਦੀ ਪੜ੍ਹਾਈ ਜਿਹੜੀ ਹੈ ਕਿਸਾਨ ਯੂਨੀਵਰਸਿਟੀ ਸਿੰਘੂ ਤੇ ਟਿਕਰੀ ਬਾਰਡਰ ਦੇ ਜਿਹੜੇ ਬੇਗਮਪੁਰਾ ਸ਼ਹਿਰ ਹੈਗੇ ਉਹਦੇ ਵਿੱਚ ਜਿਹੜੀ ਖੁੱਲ੍ਹੀ ਆ, ਉਹਦੇ 'ਚ ਉਹਨਾਂ ਨੂੰ ਟ੍ਰੇਨਿੰਗ ਮਿਲ ਰਹੀ ਹੈ। ਔਰ ਇਸੇ ਤਰੀਕੇ ਨਾਲ ਜਿਹੜਾ 26 ਤਰੀਕ ਦਾ ਬੰਦ ਹੈਗਾ, ਉਹਦੇ 'ਚ ਸਾਰੀਆਂ ਯੂਨੀਅਨਾਂ, ਵੱਡੀਆਂ ਵੱਡੀਆਂ ਟਰਾਂਸਪੋਰਟਾਂ ਦੀਆਂ, ਹੋਰ ਟ੍ਰੇਡਰਸ ਦੀਆਂ, ਕਈ ਕਿਸਮ ਦੀਆਂ ਯੂਨੀਅਨਾਂ, ਤੁਹਾਨੂੰ ਇੰਪਲਾਈਜ਼ ਦੀਆਂ ਯੂਨੀਅਨਾਂ ਬਹੁਤ ਜ਼ਿਆਦਾ ਹੈਗੀਆਂ, ਆਰਗੇਨਾਈਜ਼ਡ ਅਨਆਰਗੇਨਾਈਜ਼ਡ ਵਰਕਰ ਦੀਆਂ ਹੈਗੀਆਂ, ਟ੍ਰੇਡ ਯੂਨੀਅਨਾਂ ਹੈਗੀਆਂ। ਟ੍ਰੇਡ ਯੂਨੀਅਨਾਂ ਨੇ ਆਪਣੇ ਹੁਣੇ ਬੈਂਕ ਇੰਪਲਾਈਜ਼ ਨੇ 15-16 ਦੀ ਹੜਤਾਲ ਕਰਕੇ ਹਟੇ ਆ, ਟ੍ਰੇਡ ਯੂਨੀਅਨਾਂ ਵੀ ਪਹਿਲਾਂ ਆਪਣੀ ਇੱਕ ਦਿਨ ਦੀ ਹੜਤਾਲ ਕਰਕੇ ਹਟੇ ਆ। ਤੇ ਇਹ ਸਾਰਿਆਂ ਦਾ ਜਿਹੜਾ ਆਪਣਾ ਇਕੱਠੇ ਹੋ ਕੇ ਇਸ 26 ਤਰੀਕ ਨੂੰ ਚੱਕਾ ਜਾਮ ਭਾਰਤ ਦਾ ਕਰਨਾ, ਇਹ ਲੋਕਾਂ ਦੇ ਵਿੱਚ ਇਸ ਮੂਵਮੈਂਟ ਦੇ ਆਧਾਰ ਦਾ ਗ੍ਰਿਪ ਬਣਾ ਰਿਹਾ। ਖਾਸ ਕਰਕੇ ਜਿੱਥੇ ਜਦੋਂ ਹੁਣ ਆਲਰੇਡੀ 5 ਸੂਬਿਆਂ ਵਿੱਚ ਚੋਣਾਂ ਹੋਣ ਤਾਂ ਉੱਥੇ ਤੇ ਇਸ ਦਾ ਕਾਫੀ ਝਟਕਾ ਤੁਹਾਨੂੰ ਲੱਗਣ ਦਾ ਉਮੀਦ ਹੈਗੀ ਆ, ਕਿਉਂਕਿ ਕਿਸਾਨਾਂ ਵੱਲੋਂ ਕਾਲ ਜਾਣੀ ਆ ਤੇ ਮੈਸੇਜ ਬੜਾ ਸਾਫ਼ ਹੋਊਗਾ ਵੀ ਅੱਜ ਕੀ ਗੱਲ ਆ, ਅੱਜ ਕਿਉਂ ਚੱਕਾ ਜਾਮ ਕੀਤਾ। ਕਿਸਾਨ ਆ ਜੀ ਉੱਥੇ ਸਿੰਘੂ ਬਾਰਡਰ ਤੇ ਬੈਠੇ, ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਇਹ ਮੈਸੇਜ ਬੜੇ ਦੂਰ ਤੱਕ ਜਾਣ ਵਾਲਾ, ਮੈਨੂੰ ਲੱਗਦਾ ਹੋ ਸਕਦਾ ਉਦੋਂ ਪਹਿਲਾਂ ਸਰਕਾਰ ਜਿਹੜੀ ਜਰਕ ਜਾਏ। ਹਾਂਜੀ ਰੋਮਨ ਜੀ ਪ੍ਰੋਫੈਸਰ ਸਾਹਿਬ, 3 ਕਰੋੜ ਰੁਪਏ ਦੇ ਰਾਸ਼ਨ ਕਾਰਡ ਰੱਦ ਕਰਨ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਨੇ ਕੇਂਦਰ ਤੇ ਸੂਬਾ ਸਰਕਾਰਾਂ ਤੋਂ ਜਵਾਬ ਮੰਗਿਆ। ਹਾਂ, ਇਹ ਦੇਖੋ ਬੜੀ ਅਜੀਬ ਗੱਲ ਆ ਕਿ ਲੋਕਾਂ ਨੂੰ ਭੁੱਖ ਤੇ ਲੱਗਦੀ ਹੈ, ਤੁਸੀਂ ਆਪਣਾ ਹੀ ਕੋਈ ਨਵਾਂ ਕਾਨੂੰਨ ਕੱਢ ਲੈਂਦੇ ਆ। ਤੇ ਕਿਸੇ ਨੇ ਅਪੀਲ ਕੀਤੀ ਸੀਗੀ, ਇਹਨਾਂ ਨੇ ਰਾਸ਼ਨ ਕਾਰਡ ਜਿੱਥੇ ਉਹ ਆਧਾਰ ਕਾਰਡ ਨਾਲ ਜੁੜਦਾ ਨਹੀਂ, ਇਹੀ ਗੱਲ ਤੁਹਾਡੇ ਕਰੋਨਾ ਦੇ ਟਾਈਮ ਦੇ ਦੌਰਾਨ ਹੋਇਆ। ਕਿਸੇ ਕੋਲ ਕਾਰਡ ਸੀਗਾ, ਕਿਸੇ ਕੋਲ ਨਹੀਂ ਸੀਗਾ। ਬਹੁਤ ਜਗ੍ਹਾ ਕਹਿਣ ਜੀ ਕਾਰਡ ਦਿਖਾਓ ਤੇ ਅਨਾਜ ਲੈ ਜਾਓ। ਹੱਦ ਹੋ ਗਈ ਆ, ਤੁਸੀਂ ਬੰਦੇ ਭੁੱਖਾ ਮਾਰਿਆ, ਤੁਹਾਡੇ ਸਾਹਮਣੇ ਉਹ ਦਿਖ ਰਿਹਾ। ਜੇ ਕੋਈ ਕਾਰਡ ਨਹੀਂ ਤੇ ਉਹਦੇ ਕੋਲ ਢਿੱਡ ਵੀ ਨਹੀਂ ਹੈਗਾ, ਨਿਆਣੇ ਨਹੀਂ ਹੈਗੇ, ਰਹਿ ਰਿਹਾ ਆ ਕਿ ਅਨਾਜ ਹੀ ਦੇਣਾ, ਤੁਸੀਂ ਕਿਹੜਾ ਕਿਤੇ ਉਹਨੂੰ ਸੋਨੇ ਦੀ ਤਵੀਦੜੀ ਦੇਣੀ ਆ।
ਬੜੀਆਂ ਬਦਤਮੀਜ਼ੀ ਵਾਲੀਆਂ ਬਿਊਰੋਕਰੈਟਿਕ ਟਾਈਪ ਗੱਲਾਂ, ਲੋਕਾਂ ਨੂੰ ਭੇਡਾਂ ਬੱਕਰੀਆਂ ਵਾਂਗੂ ਟਰੀਟ ਕੀਤਾ ਜਾਂਦਾ। ਇਹ ਮਾੜੀ ਗੱਲ ਆ। ਲੋਕਾਂ ਨੂੰ ਇੱਕ ਉਹਨਾਂ ਦੀ ਵੀ ਸੈਲਫ ਰਿਸਪੈਕਟ, ਗਰੀਬ ਤੋਂ ਗਰੀਬ ਬੰਦੇ ਦੀ ਵੀ ਇੱਕ ਸਵੈ ਅਭਿਮਾਨ ਹੁੰਦਾ ਆ, ਉਸ ਨੂੰ ਠੇਸ ਨਹੀਂ ਲੱਗਣੀ ਚਾਹੀਦੀ। ਸਗੋਂ ਉਹਨਾਂ ਇਹੋ ਜਿਹੀਆਂ ਕ੍ਰਾਈਸਿਸ ਸਿਚੁਏਸ਼ਨ ਦੇ ਵਿੱਚ ਮਦਦ ਤੇ ਆਉਣਾ ਚਾਹੀਦਾ। ਬਹੁਤ ਸਾਰੇ ਲੋਕ ਆਏ, ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਆਈਆਂ, ਇੰਡੀਵਿਜੂਅਲਾਂ ਨੇ ਬਹੁਤ ਜ਼ਿਆਦਾ ਕੀਤਾ, ਪਰ ਸਰਕਾਰਾਂ ਦਾ ਐਟੀਟਿਊਡ ਉਹੀ ਸੀ ਜਿਹੜਾ ਅੱਜ ਵੀ ਨਜ਼ਰ ਆ ਰਿਹਾ। ਤੁਸੀਂ 3 ਕਰੋੜ ਲੋਕਾਂ ਦੇ ਰਾਸ਼ਨ ਕਾਰਡ ਇਸ ਕਰਕੇ ਕੱਟ ਦੇਣੇ ਕਿ ਕਿਉਂਕਿ ਇਹਨਾਂ ਦੇ ਕਾਗਜ਼ ਪੱਤਰ ਨਹੀਂ ਜੀ ਪੂਰੇ। ਕਾਗਜ਼ ਪੱਤਰ ਕਿਹਨੇ ਬਣਾਉਣੇ? ਬਣਾ ਦਿਓ, ਉਸੇ ਵੇਲੇ ਬਣਾ ਦਿਓ। ਬੰਦੇ ਬੈਠੇ ਹੁੰਦੇ, ਉਹਨਾਂ ਨੂੰ ਕਹੋ ਜੀ ਲਿਆਓ ਜੀ ਹੁਣੇ ਆਹ ਲਫੜੋ ਮਸ਼ੀਨ, ਤੁਹਾਡਾ ਕਿਹੜਾ ਨਾਂ ਲਿਖਾਓ, ਅਸੀਂ ਤੁਹਾਡਾ ਕਾਰਡ ਵੀ ਨਾਲੋਂ ਨਾਲ ਆ ਜਾਂਦਾ। ਇਹ ਤੁਹਾਡਾ ਜੇ ਕੋਈ ਕਾਰਡ ਆਧਾਰ ਕਾਰਡ ਨਹੀਂ ਬਣਿਆ ਉਹ ਵੀ ਬਣਾ ਦਿੰਦੇ। ਇਹ ਕੰਮ ਦੇ ਸਰਕਾਰ ਨੇ ਹੀ ਕਰਨੇ। ਲੋਕਾਂ ਨੇ ਘਰ ਮਸ਼ੀਨ ਤੇ ਹੈ ਨਹੀਂ ਜਿਹੜਾ ਬਣਾ ਕੇ ਲੈ ਆਉਣੇ। ਇਹ ਬਦਤਮੀਜ਼ੀਆਂ ਜਿਹੜੀਆਂ ਗੈਰ ਜ਼ਿੰਮੇਵਾਰ ਗੱਲਾਂ, ਲੋਕਾਂ ਪ੍ਰਤੀ ਗੈਰ ਸੰਵੇਦਨਸ਼ੀਲ ਜਿਹੜਾ ਐਟੀਟਿਊਡ ਆ ਕਿ ਇਹਨਾਂ ਨੂੰ ਬਾਹਰ ਕੱਢੋ, ਰਾਸ਼ਨ ਬਚੂਗਾ, ਇਹੋ ਜਿਹੀਆਂ ਸਕੀਮਾਂ ਜਿਹੜੀਆਂ ਹੁੰਦੀਆਂ, ਲੋਕਾਂ ਨੂੰ ਮਾਰ ਕੇ ਰਾਸ਼ਨ ਬਚਾਉਣਾ, ਲੋਕਾਂ ਨੂੰ ਭੁੱਖੇ ਰੱਖ ਕੇ ਰਾਸ਼ਨ ਬਚਾਉਣਾ, ਤੇ ਅੰਗਰੇਜ਼ਾਂ ਵਾਲੀ ਰਾਜਨੀਤੀ ਆ। ਕੋਈ ਆਜ਼ਾਦ ਦੇਸ਼ ਦੇ ਆਜ਼ਾਦ ਪੋਲੀਟੀਸ਼ੀਅਨਾਂ ਤੇ ਲੋਕਤੰਤਰਿਕ ਰਾਜਨੀਤੀ ਇਹ ਨਹੀਂ ਹੈ ਰੋਮਨ ਜੀ। ਸੋ ਪ੍ਰੋਫੈਸਰ ਸਾਹਿਬ, ਵੇਲਾ ਪ੍ਰੋਗਰਾਮ ਦੀ ਸਮਾਪਤੀ ਵੱਲ ਹੈ, ਤੁਹਾਡੇ ਤੋਂ ਇਜਾਜ਼ਤ ਚਾਹਾਂਗੇ। ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਰੋਮਨ, ਤੁਹਾਡੀ ਸਾਰੀ ਟੀਮ ਦਾ, ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਦਰਸ਼ਕੋ, ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਸਿੱਧੀ ਗੱਲ। ਕੱਲ ਫੇਰ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ। ਧੰਨਵਾਦ।